नवजोत सिद्धू ने जो गृह मंत्री के तौर पर कैप्टन अमरिंदर से निशाना साधा है कि उसकी वजह करके गुरु ग्रंथ साहिब की बेअदबी का मुद्दा जो लटकता है किसी सिरे लगता नजर नहीं आ रहा। बहुत बड़ा सवाल जिस सवाल के उत्ते कैप्टन अमरिंदर ने किसी पंजाबियों भरोसे च लैके फतवा हासिल किया उस मुद्दे ते कैप्टन अमरिंदर अज कटहरे च खड़ा नजर आ रहा। बाहरलियां वालों नहीं सगों अपनी ही पार्टी वालों बेअदबी का मुद्दा बहुत वड्डा मुद्दा 2017 ਦੇ ਵਿੱਚ ਔਰ ਇਹਦੇ ਤੇ ਕਮਿਟਮੈਂਟਸ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਸਾਡੀ ਪਾਰਟੀ ਵੱਲੋਂ ਕਿ ਬਹੁਤ ਜਲਦੀ ਹੀ ਇਹਦੇ ਉੱਤੇ ਐਕਸ਼ਨ ਲੈ ਕੇ ਔਰ ਜਿਹੜੇ ਦੋਸ਼ੀ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ। ਉਹ 4.5 ਸਾਲ ਹੋ ਗਏ। देखो असी ਜਦੋਂ आए हैं सरकार ਦੇ ਵਿੱਚ ਤੇ ਅਸੀਂ बहुत सवाल उठाਉਂਦੇ ਸੀਗੇ ਪਹਿਲੀ ਧਿਰ ਤੇ बीजेपी ਤੇ ਅਕਾਲੀ ਦਲ ਤੇ ਕਿ ਇਹਨਾਂ ਦੇ ਦੌਰਾਨ ਬੇਅਦਬੀਆਂ ਹੋਈਆਂ ਔਰ ਬੇਅਦਬੀਆਂ ਦਾ ਇਹਨਾਂ ਨੇ ਕੁਝ ਨਹੀਂ ਕੀਤਾ ਗਿਆ। ਜਦੋਂ ਕਿ ਉਦੋਂ ਫੜਨਾ ਮੌਕੇ ਤੇ ਤੱਤੇ ਘਾਹ ਜਿਹੜਾ ਸ਼ਰਮ ਸਾਰਾ ਕੁਝ ਪ੍ਰੂਫ ਕੋਲੇ ਹੋਵੇ ਜਵਾਰ ਬੁਰਜ ਸਿੰਘ ਵਾਲੇ ਦੇ ਵਿੱਚ ਪੋਸਟਰ ਲੱਗੇ ਹੋਣ ਬੰਦਿਆਂ ਦਾ ਪਤਾ ਹੋਵੇ ਫਿਰ ਉਹਨਾਂ ਤੇ ਐਕਸ਼ਨ ਨਾ ਕੋਈ ਹੋਵੇ। ਉਹ ਬਹੁਤ ਇੱਕ ਵੱਡਾ ਮੁੱਦਾ ਸੀ ਔਰ ਬਹੁਤ ਉਹ ਕੋਈ ਗਲਤ ਮੁੱਦਾ ਨਹੀਂ ਸੀ ਔਰ ਕੋਈ ਗਲਤ ਐਲੀਗੇਸ਼ਨ ਨਹੀਂ ਸੀ, ਉਹ ਸਹੀ ਐਲੀਗੇਸ਼ਨ ਸੀ। ਲੇਕਿਨ ਅੱਜ ਜੇ ਅਸੀਂ ਆਪਦੇ ਵੱਲ ਵੇਖੀਏ 4.5 ਸਾਲ ਸਾਨੂੰ ਹੋ ਗਿਆ। ਜੇ ਨਵਜੋਤ ਸਿੰਘ ਸਿੱਧੂ ਜਾਂ ਹਰਪਾਲ ਚੀਮਾ ਜਾਂ ਸੁਖਬੀਰ ਸਿੰਘ ਬਾਦਲ ਇਹ ਸਵਾਲ ਉਠਾਉਂਦਾ ਹੈ ਵੀ 4.5 ਸਾਲ ਹੋ ਗਏ ਤੇ ਤੁਸੀਂ ਹੋਮ ਮਿਨਿਸਟਰ ਹੈ ਕਾ ਅਸੀਂ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਵੀ ਡਿਪਟੀ ਹੋਮ ਮਿਨਿਸਟਰ ਸੀਗਾ ਤੇ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਸੀ, ਇਹਨੂੰ ਜਿਹੜਾ ਅਸਤੀਫਾ ਦੇਣਾ ਚਾਹੀਦਾ ਸੀਗਾ। तो सेम सिचुएशन सिमिलर सिचुएशन अज कैप्टन अमरिंदर ते है कि तुसीं होम मिनिस्टर हैगे हो और लोकां नूं की कहना है। हुण इलैक्शन फिर आउंदी है ਇਹਦੇ ਤੇ ਸੁਖਜਿੰਦਰ ਰੰਧਾਵੇ ਦੀ ਗੱਲ ਕਰ ਲਈਏ, ਚੰਨੀ ਦੀ ਗੱਲ ਕਰ ਲਈਏ, ਤੁਹਾਡੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਦੀ ਗੱਲ ਕਰ ਲਈਏ, ਜਿੱਦਾਂ ਨੇ ਕਿਹਾ ਚੀਮਾ ਦੀ ਗੱਲ ਕਰ ਲਈਏ ਜਾਂ ਸਮੁੱਚਾ ਪੰਜਾਬ ਇਸ ਮੁੱਦੇ ਤੇ ਜਾਣਨਾ ਚਾਹੁੰਦਾ ਹੈ ਕਿ ਹੁਣ ਜਦੋਂ ਗੱਲ ਉੱਠ ਕੇ ਸਾਹਮਣੇ ਆ ਰਹੀ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਗਰਗ ਸਾਹਿਬ ਇਸ ਮੁੱਦੇ ਨੂੰ, ਕਿਉਂਕਿ ਆਖਰ ਨਵਜੋਤ ਸਿੱਧੂ ਨੇ ਇਸ ਮਾਮਲੇ ਨੂੰ ਜਿਹੜਾ ਹੈਗਾ ਉਭਾਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ। ਜਿਸ ਬਿੰਦਾਸ ਅੰਦਾਜ਼ ਦੇ ਵਿੱਚ ਜਿਹੜਾ ਹੈਗਾ ਇਹ ਗੱਲਾਂ ਕੀਤੀਆਂ ਨੇ, ਇਹ ਗੱਲਾਂ ਕਰਨ ਵਾਸਤੇ ਵੀ ਜਿਗਰਾ ਚਾਹੀਦਾ ਹੈਗਾ ਕਿਉਂਕਿ ਕਾਂਗਰਸ ਦਾ ਨੁਮਾਇੰਦਾ ਹੋਣ ਦੇ ਬਾਵਜੂਦ ਜਿੱਥੇ ਉਹਨਾਂ ਦੀ ਗਲਤੀ ਹੈ ਤੇ ਉਹਨਾਂ ਨੂੰ ਉਹ ਮੰਨਦੇ ਆ। ਪਰ ਜਿੱਥੋਂ ਤੱਕ ਜਿਹੜੀ ਗੱਲ ਅੱਜ ਨਵਜੋਤ ਸਿੰਘ ਸਿੱਧੂ ਕਹਿ ਰਹੇ ਆ ਇਹ ਕੋਈ ਨਵੀਂ ਗੱਲ ਨਹੀਂ ਕਹਿ ਰਹੇ। ਅਸੀਂ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਅੱਜ ਕਹਿ ਰਹੇ ਆ ਆਮ ਆਦਮੀ ਪਾਰਟੀ ਤਾਂ ਪਿਛਲੇ 4.5 ਸਾਲ ਤੋਂ ਉਹੀ ਗੱਲ ਕਹਿ ਰਹੀ ਹੈ। ਅੱਜ ਪਿੰਡਾਂ ਦੇ ਸੱਥਾਂ ਦੇ ਵਿੱਚ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ, ਇਹ ਬਾਦਲਾਂ ਦੀ ਸਰਕਾਰ ਚੱਲਦੀ ਹੈ। ਮਤਲਬ ਇੱਕ ਐਡਾ ਸਟਰੋਂਗ ਮੁੱਖ ਮੰਤਰੀ ਜਿਹੜਾ ਦੇਖਿਆ ਸੀ ਲੋਕਾਂ ਨੇ 2002 ਤੋਂ ਲੈ ਕੇ 2007 ਤੱਕ, ਉਹ ਗੁਟਕਾ ਸਾਹਿਬ ਦੀ ਸਹੁੰ ਖਾਂਦਾ ਹੈ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹ ਕਹਿੰਦਾ ਹੈਗਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦੂੰਗਾ, ਮੈਂ ਪੰਜਾਬ 'ਚੋਂ ਖੁਦਕਸ਼ੀਆਂ ਖਤਮ ਕਰ ਦੂੰਗਾ, ਮੈਂ ਜਿਹੜਾ ਬਾਈਬਲ ਕਲਾਂ ਤੇ ਬਰਗਾੜੀ ਕਾਂਡ ਜਿਹੜਾ ਹੈਗਾ ਇਹਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦੇ ਦੂੰਗਾ। ਜੇਕਰ 4.5 ਸਾਲਾਂ ਤੋਂ ਬਾਅਦ ਵੀ ਕੁਝ ਨਹੀਂ ਹੁੰਦਾ, ਉਹ ਵੀ ਗੁਟਕਾ ਸਾਹਿਬ ਦੀ ਸਹੁੰ ਖਾਣ ਤੋਂ ਬਾਅਦ, ਤੇ ਲੋਕ ਤਾਂ ਗੱਲਾਂ ਕਰਨਗੇ ਤੇ ਲੋਕ ਗੱਲਾਂ ਠੀਕ ਕਰ ਰਹੇ ਨੇ। ਜਿੱਦਾਂ ਨਵਜੋਤ ਸਿੱਧੂ ਨੇ ਕਿਹਾ ਜਾਂ ਦੂਜੀਆਂ ਤਰ੍ਹਾਂ ਵੀ ਕਹਿ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਹਨੇ ਕਿਹਾ ਕਿ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਵਜੋਂ ਮੁੱਖ ਮੰਤਰੀ ਜ਼ਿੰਮੇਵਾਰ ਹੈ, ਕਿਉਂ ਨਹੀਂ ਹੋ ਰਹੀ ਕਾਰਵਾਈ। ਇੱਧਰ ਉੱਧਰ ਦੀ ਗੱਲ ਨਹੀਂ, ਲੋਕ ਨਤੀਜਾ ਚਾਹੁੰਦੇ ਆ। ਕਾਂਗਰਸ ਦਾ ਵੈਸੇ ਤਾਂ ਇੰਟਰਨਲ ਮੈਟਰ ਹੈਗਾ, ਬਟ ਗੱਲ ਇਹਦੇ 'ਚ ਕੀ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਆਪਾਂ ਜੇ ਗੱਲ ਕਰੀਏ ਤਾਂ ਉਹਨਾਂ ਨੇ 1 ਸਾਲ ਉਹ ਕੈਬਨਿਟ ਮੰਤਰੀ ਰਹੇ ਪੰਜਾਬ ਦੇ ਵਿੱਚ। ਉਹ ਬੇਅਦਬੀਆਂ ਦੇ ਮੁੱਦੇ ਤੇ ਅਸਤੀਫਾ ਦੇ ਕੇ ਨਹੀਂ ਗਏ ਸੀਗੇ, ਉਹਨਾਂ ਦਾ ਆਪ ਦਾ ਰੌਲਾ ਸੀ, ਉਹਨਾਂ ਦਾ ਮਹਿਕਮਾ ਬਦਲ ਦਿੱਤਾ ਗਿਆ ਸੀ, ਉਹਨਾਂ ਨੇ ਕੈਬਨਿਟ ਮੰਤਰੀ ਦੇ ਤੌਰ ਤੇ ਅਸਤੀਫਾ ਦੇ ਦਿੱਤਾ ਸੀ। ਔਰ ਇਹ ਲੰਬੇ ਸਮੇਂ ਦੇ ਦੌਰਾਨ ਨਵਜੋਤ ਸਿੱਧੂ ਇੱਕ ਵਾਰ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਜਾ ਕੇ ਮੁੱਖ ਮੰਤਰੀ ਦੀ ਘੇਰਾਬੰਦੀ ਕੀਤੀ ਹੋਵੇ ਕਿ ਬੇਅਦਬੀਆਂ ਦਾ ਇਨਸਾਫ। ਔਰ ਜਨਵਰੀ 2021 ਦੇ ਵਿੱਚ ਇਸੇ ਸਾਲ ਬੇਅਦਬੀਆਂ ਦੇ ਉੱਤੇ ਹਾਈ ਕੋਰਟ ਰਿਟ ਜਿਹੜੀ ਇੱਕ ਹਾਈ ਕੋਰਟ ਉਹਦੀ ਸਿੱਟ ਨੂੰ ਰੱਦ ਕਰ ਦਿੰਦੀ ਹੈ ਖੱਟੜਾ ਸਾਹਿਬ ਵਾਲੀ ਨੂੰ। 5 ਮਹੀਨੇ ਹੋ ਗਏ ਅੱਜ ਨਵਜੋਤ ਸਿੱਧੂ ਸਾਹਿਬ ਇੱਕ ਬਿਆਨ ਦਿਖਾ ਦੇਣ ਜਿੱਥੇ ਉਹਨਾਂ ਨੇ ਗੰਭੀਰਤਾ ਦਿਖਾਈ ਹੋਵੇ ਕਿ ਬੇਅਦਬੀਆਂ ਦੀ ਸਿੱਟ ਰੱਦ ਹੋ ਗਈ, ਬਈ ਸਰਕਾਰ ਕੀ ਕਰ ਰਹੀ ਹੈ। ਇਹ ਨਵਜੋਤ ਸਿੱਧੂ ਸਾਹਿਬ ਹੋ ਗਏ। ਆਮ ਆਦਮੀ ਪਾਰਟੀ ਦੇ ਕੋਲੇ ਕਿਉਂਕਿ ਮੁੱਦਾ ਕੋਈ ਬਚਿਆ ਨਹੀਂ। ਦਿੱਲੀ ਮਾਡਲ ਦੀ ਗੱਲ ਕਰਦੇ ਰਹੇ, ਦਿੱਲੀ ਮਾਡਲ ਕਰੋਨਾ ਦੇ ਵਿੱਚ ਬਿਲਕੁਲ ਹੀ ਮੂੰਹ ਤੇ ਮੂੰਹ ਡਿੱਗ ਗਿਆ। ਹੁਣ ਇੱਕੋ ਗੱਲ ਤੇ ਆ ਗਏ ਕਿ ਜੀ ਬਾਦਲ ਤੇ ਕਾਂਗਰਸ ਮਿਲੇ ਹੋਏ ਨੇ। ਇਸ ਤੋਂ ਵੱਧ ਕੇ ਇਹਨਾਂ ਦੀ ਇਹ ਸ਼ੋਅ ਕਰਦਾ ਕਿ ਇਹਨਾਂ ਦੀ ਪੋਲੀਟੀਕਲ ਮੈਜੋਰਿਟੀ ਕਿੰਨੀ ਵੱਡੀ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ।
ਕਾਂਗਰਸ ਪਾਰਟੀ ਅੰਦਰ ਜਿਸ ਤਰ੍ਹਾਂ ਤੇਜ਼ੀ ਨਾਲ ਪ੍ਰਸਥਿਤੀਆਂ ਬਦਲਦੀਆਂ ਨਜ਼ਰ ਆ ਰਹੀਆਂ, ਖਾਸ ਤੌਰ ਤੇ ਉਹ ਮੁੱਦੇ ਜਿਹੜੇ ਪੰਜਾਬ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਆ। ਮਿਸਾਲ ਵਜੋਂ ਸਭ ਤੋਂ ਵੱਡਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਜਿਸ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਨੂੰ ਇਸ ਮੁੱਦੇ ਤੇ ਨਿਸ਼ਾਨੇ ਤੇ ਲਿਆ ਕਿ ਉਹ ਗ੍ਰਹਿ ਮੰਤਰੀ ਹੈ, ਉਹਦੀ ਵਜ੍ਹਾ ਕਰਕੇ ਗੱਲ ਕਿਸੇ ਤਣ ਪੱਤਣ ਲੱਗਦੀ ਨਜ਼ਰ ਨਹੀਂ ਆ ਰਹੀ। ਲਗਾਤਾਰ ਨਵਜੋਤ ਸਿੱਧੂ ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਟਾਰਗੇਟ ਕਰ ਰਿਹਾ ਅਮਰਿੰਦਰ ਨੂੰ, ਤਾਂ ਹੁਣ ਜਿਹੜਾ ਉਹਦਾ ਕਹਿਣਾ ਹੈ ਕਿ ਪੰਜਾਬ ਦੇ ਅੰਦਰ ਇਸ ਤਰ੍ਹਾਂ ਲੱਗਦਾ ਜਿਵੇਂ ਕਾਂਗਰਸ ਦੀ ਨਹੀਂ ਬਾਦਲਾਂ ਦੀ ਸਰਕਾਰ ਹੈ। ਬਹੁਤ ਵੱਡੇ ਮੁੱਦੇ ਤੇ ਹੈ। ਕਿਸੇ ਵੀ ਪਾਰਟੀ ਦੇ ਅੰਦਰ ਆਪਣੇ ਮਤਭੇਦ ਹੋਣੇ ਸੁਭਾਵਿਕ ਹੈ, ਪਰ ਜਦੋਂ ਪਾਰਟੀ ਕੋਈ ਸੱਤਾ ਦੇ ਵਿੱਚ ਹੁੰਦੀ ਹੈ ਤਾਂ ਮਾਮਲੇ ਵੀ ਜਦੋਂ ਲੋਕਾਂ ਨਾਲ ਜੁੜੇ ਹੁੰਦੇ ਆ ਤਾਂ ਪਾਰਟੀ ਦਾ ਅੰਦਰੂਨੀ ਮਾਮਲਾ ਨਹੀਂ, ਸਗੋਂ ਮਾਮਲਾ ਜਨਤਕ ਬਣ ਜਾਂਦਾ ਹੈ। ਇਹਨਾਂ ਅਹਿਮ ਮੁੱਦਿਆਂ ਦੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਇਸ ਖਿੱਤੇ ਦੇ ਕਦਾਵਰ ਮਹਿਮਾਨ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਨੇ, ਕਾਂਗਰਸ ਪਾਰਟੀ ਦੇ ਬੁਲਾਰੇ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਨੀਲ ਗਰਗ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਰਸ਼ਦੀਪ ਕਲੇਰ। ਤਿੰਨੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ ਹਾਂ। ਥੈਂਕ ਯੂ ਜੀ। ਡਾਕਟਰ ਸੰਧੂ, ਮੈਂ ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ ਹਾਂ ਜੀ। ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਜਿਸ ਮੁੱਦੇ ਤੇ ਮੈਂ ਚਰਚਾ ਕਰ ਰਿਹਾ। ਅਕਸਰ ਜਿਹੜਾ ਹੈਗਾ ਕਾਂਗਰਸ ਦੀ ਲੀਡਰਸ਼ਿਪ ਤੇ ਕਾਂਗਰਸ ਦੇ ਬੁਲਾਰੇ ਰਿਕਾਰਡ ਤੇ ਕੋਈ ਗੱਲ ਕਹਿਣ ਤੋਂ ਪਾਸਾ ਵੜਦੇ ਆ। ਪਰ ਡਾਕਟਰ ਸੰਧੂ ਨੂੰ ਜਦੋਂ ਇਸ ਮੁੱਦੇ ਤੇ ਗੱਲ ਕੀਤੀ ਕਿ ਆਪਾਂ ਇਸ ਮੁੱਦੇ ਤੇ ਡਿਬੇਟ ਕਰਨੀ ਹੈ ਤਾਂ ਡਾਕਟਰ ਸੰਧੂ ਨੇ ਕਿਹਾ ਕਿ ਨਹੀਂ, ਮੈਂ ਇਸ ਮੁੱਦੇ ਤੇ ਆਵਾਂਗਾ, ਗੱਲ ਕਰਾਂਗੇ। ਕੀ ਪੱਖ ਰੱਖਦੇ ਆ ਡਾਕਟਰ ਸੰਧੂ, ਆਪਾਂ ਜਵਾਬ ਲੈਂਦੇ ਹਾਂ। ਡਾਕਟਰ ਸੰਧੂ, ਜਿਹੜਾ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਉਹ ਹੈ ਕਿ ਨਵਜੋਤ ਸਿੱਧੂ ਨੇ ਜਦੋਂ ਗ੍ਰਹਿ ਮੰਤਰੀ ਦੇ ਤੌਰ ਤੇ ਕੈਪਟਨ ਅਮਰਿੰਦਰ ਤੇ ਨਿਸ਼ਾਨਾ ਸਾਧਿਆ ਕਿ ਉਹਦੀ ਵਜ੍ਹਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜਿਹੜਾ ਲਟਕਦਾ ਜਾਂ ਕਿਸੇ ਸਿਰੇ ਲੱਗਦਾ ਨਜ਼ਰ ਨਹੀਂ ਆ ਰਿਹਾ। ਬਹੁਤ ਵੱਡਾ ਸਵਾਲ, ਜਿਸ ਸਵਾਲ ਦੇ ਉੱਤੇ ਕੈਪਟਨ ਅਮਰਿੰਦਰ ਨੇ ਕਿਤੇ ਪੰਜਾਬੀਆਂ ਨੂੰ ਭਰੋਸੇ 'ਚ ਲੈ ਕੇ ਫਤਵਾ ਹਾਸਲ ਕੀਤਾ ਸੀ, ਉਸ ਮੁੱਦੇ ਤੇ ਹੀ ਕੈਪਟਨ ਅਮਰਿੰਦਰ ਅੱਜ ਕਟਹਿਰੇ 'ਚ ਖੜਾ ਨਜ਼ਰ ਆ ਰਿਹਾ, ਬਾਹਰਲਿਆਂ ਵੱਲੋਂ ਨਹੀਂ ਸਗੋਂ ਆਪਣੀ ਹੀ ਪਾਰਟੀ ਵੱਲੋਂ। ਕੀ ਕਹੋਗੇ ਡਾਕਟਰ ਸੰਧੂ? ਪਹਿਲੀ ਗੱਲ ਤਾਂ ਜੀ ਮੈਂ ਇਹ ਦੱਸ ਦਿਆਂ ਕਿ ਜਦੋਂ ਕੋਈ ਵੀ ਬੰਦਾ ਕਿਸੇ ਪਾਰਟੀ ਦਾ ਐਮਐਲਏ ਇਲੈਕਟ ਹੋ ਜਾਂਦਾ ਔਰ ਵਿਧਾਨ ਸਭਾ ਜਾਂਦਾ, ਉਹ ਸਮੁੱਚੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕਰਦਾ, ਹਰ ਇੱਕ ਬੰਦਾ। ਸਰਕਾਰ ਜਿਹੜੀ ਹੁੰਦੀ ਹੈ ਸਾਰੇ ਪੰਜਾਬ ਦੀ ਹੁੰਦੀ ਹੈ, ਚਾਹੇ ਕਿਸੇ ਇੱਕ ਬਣ ਜਾਏ, ਲੇਕਿਨ ਉਹਨਾਂ ਨੇ ਸਾਰੀ ਖਲਕਤ ਹੈ ਔਰ ਹਰ ਮੁੱਦੇ ਦੇ ਉੱਤੇ ਉਹਦੀ ਜ਼ਿੰਮੇਵਾਰੀ ਹੁੰਦਾ। ਮੁੱਦਾ ਸੁਲਝਾ ਜਿਹੜਾ ਹੁਣ ਤੱਕ ਨਹੀਂ ਸੁਲਝਿਆਗਾ ਤੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਇਹ ਵਚਨਬੱਧਤਾ ਹੁੰਦੀ ਹੈ ਕਿ ਉਹਨਾਂ ਵਾਸਤੇ ਇਹੋ ਜਿਹੀਆਂ ਸਕੀਮਾਂ ਲੈ ਕੇ ਆਉਣ ਜਿਹੜੀਆਂ ਡੂਏਬਲ ਹੋਣ ਔਰ ਲੋਕਾਂ ਨੂੰ ਇਹ ਅਹਿਸਾਸ ਹੋਵੇ ਵੀ ਸਾਡੀ ਜਿਹੜੀ ਗਵਰਨੈਂਸ ਹੈ ਉਹ ਚੰਗੀ ਹੋ ਰਹੀ ਹੈ, ਰਾਜ ਜਿਹੜਾ ਜੋ ਵੀ ਕਰ ਰਿਹਾ ਹੈ ਉਹ ਠੀਕ ਤਰ੍ਹਾਂ ਢੰਗ ਨਾਲ ਕਰ ਰਿਹਾ ਹੈ। ਬੇਅਦਬੀ ਦਾ ਮੁੱਦਾ ਬਹੁਤ ਵੱਡਾ ਮੁੱਦਾ 2017 ਦੇ ਵਿੱਚ, ਔਰ ਇਹਦੇ ਤੇ ਕਮਿਟਮੈਂਟਸ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਸਾਡੀ ਪਾਰਟੀ ਵੱਲੋਂ ਕਿ ਬਹੁਤ ਜਲਦੀ ਹੀ ਇਹਦੇ ਉੱਤੇ ਐਕਸ਼ਨ ਲੈ ਕੇ ਔਰ ਜਿਹੜੇ ਦੋਸ਼ੀ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ। ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਸਿੱਟ ਬਣੀ ਹੈ, ਜਿਹੜੀ ਪਹਿਲੀ ਸਿੱਟ ਸੀ ਜਾਂ ਦੁਬਾਰਾ ਸਿੱਟ ਬਣੀ ਹੈ, ਕਿਉਂਕਿ ਦੋ ਤਿੰਨ ਮੁੱਦੇ ਨੇ, ਇੱਕ ਕੋਟਕਪੂਰਾ ਦੇ ਹੈ, ਇੱਕ ਬਹਿਬਲ ਕਲਾਂ ਦੀ ਫਾਇਰਿੰਗ ਹੈ ਤੇ ਬੇਅਦਬੀ ਹੈ। ਸੋ ਇਹ ਤਿੰਨੋਂ ਲਿੰਕਡ ਮਾਮਲੇ ਸੀਗੇ, ਲੇਕਿਨ ਉਹ 4.5 ਸਾਲ ਹੋ ਗਏ। ਦੇਖੋ, ਅਸੀਂ ਜਦੋਂ ਆਏ ਆ ਸਰਕਾਰ ਦੇ ਵਿੱਚ ਤੇ ਅਸੀਂ ਬਹੁਤ ਸਵਾਲ ਉਠਾਉਂਦੇ ਸੀਗੇ ਪਹਿਲੀ ਧਿਰ ਤੇ, ਬੀਜੇਪੀ ਤੇ ਅਕਾਲੀ ਦਲ ਤੇ, ਕਿ ਇਹਨਾਂ ਦੇ ਦੌਰਾਨ ਬੇਅਦਬੀਆਂ ਹੋਈਆਂ ਔਰ ਬੇਅਦਬੀਆਂ ਦਾ ਇਹਨਾਂ ਨੇ ਕੁਝ ਨਹੀਂ ਕੀਤਾ ਗਾ। ਜਦੋਂ ਕਿ ਉਦੋਂ ਫੜਨਾ ਮੌਕੇ ਤੇ ਤੱਤੇ ਘਾਹ ਜਿਹੜਾ ਸ਼ਰਮ ਸਾਰਾ ਕੁਝ ਪ੍ਰੂਫ ਕੋਲੇ ਹੋਵੇ, ਜਵਾਰ ਬੁਰਜ ਸਿੰਘ ਵਾਲੇ ਦੇ ਵਿੱਚ ਪੋਸਟਰ ਲੱਗੇ ਹੋਣ, ਬੰਦਿਆਂ ਦਾ ਪਤਾ ਹੋਵੇ, ਫਿਰ ਉਹਨਾਂ ਤੇ ਐਕਸ਼ਨ ਨਾ ਕੋਈ ਹੋਵੇ, ਉਹ ਬਹੁਤ ਇੱਕ ਵੱਡਾ ਮੁੱਦਾ ਸੀ। ਔਰ ਬਹੁਤ ਉਹ ਕੋਈ ਗਲਤ ਮੁੱਦਾ ਨਹੀਂ ਸੀ ਔਰ ਕੋਈ ਗਲਤ ਐਲੀਗੇਸ਼ਨ ਨਹੀਂ ਸੀ, ਉਹ ਸਹੀ ਐਲੀਗੇਸ਼ਨ ਸੀ। ਲੇਕਿਨ ਅੱਜ ਜੇ ਅਸੀਂ ਆਪਦੇ ਵੱਲ ਵੇਖੀਏ, 4.5 ਸਾਲ ਸਾਨੂੰ ਹੋ ਗਿਆ, ਸਿੱਟ ਬਣੀ ਤੇ ਸਿੱਟ ਨੇ ਆ ਕੇ ਆਪਦਾ ਜੋ ਦਿੱਤਾ, ਉਹ ਹਾਈ ਕੋਰਟ ਕਹਿੰਦਾ ਵੀ ਇਹ ਤੁਹਾਡੀ ਸਾਰਾ ਕੁਝ ਸਿੱਟ ਵੀ ਗਲਤ ਹੈ, ਤੁਹਾਡੀਆਂ ਫਾਈਂਡਿੰਗਸ ਵੀ ਗਲਤ ਹੈ ਤੇ ਇਹ ਸਾਰਾ ਹੀ ਮੈਂ ਰੱਦ ਕਰਦਾ, ਦੁਬਾਰਾ ਸਿੱਟ ਬਣਾ ਕੇ 6 ਮਹੀਨਿਆਂ 'ਚ ਕਰੋ। ਹੁਣ ਇਹਦੇ ਵਿੱਚ ਜੇ ਨਵਜੋਤ ਸਿੰਘ ਸਿੱਧੂ ਜਾਂ ਹਰਪਾਲ ਚੀਮਾ ਜਾਂ ਸੁਖਬੀਰ ਸਿੰਘ ਬਾਦਲ ਇਹ ਸਵਾਲ ਉਠਾਉਂਦਾ ਹੈ ਵੀ 4.5 ਸਾਲ ਹੋ ਗਏ ਤੇ ਤੁਸੀਂ ਹੋਮ ਮਿਨਿਸਟਰ ਹੈ, ਕਦ ਅਸੀਂ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਵੀ ਡਿਪਟੀ ਹੋਮ ਮਿਨਿਸਟਰ ਸੀਗਾ ਤੇ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਸੀ, ਇਹਨੂੰ ਜਿਹੜਾ ਅਸਤੀਫਾ ਦੇਣਾ ਚਾਹੀਦਾ ਸੀਗਾ।
ਸੋ ਸੇਮ ਸਿਚੁਏਸ਼ਨ, ਸਿਮਿਲਰ ਸਿਚੁਏਸ਼ਨ ਅੱਜ ਕੈਪਟਨ ਅਮਰਿੰਦਰ ਤੇ ਹੈ ਕਿ ਤੁਸੀਂ ਹੋਮ ਮਿਨਿਸਟਰ ਹੈਗੇ ਹੋ ਔਰ ਲੋਕਾਂ ਨੂੰ ਕੀ ਕਹਿਣਾ ਹੈ। ਹੁਣ ਇਲੈਕਸ਼ਨ ਫੇਰ ਆਉਂਦੀ ਹੈ, ਲੋਕਾਂ ਨੇ ਤਾਂ ਸਵਾਲ ਕਰਨੇ ਆ, ਇਕੱਲੇ ਇਸ ਮੁੱਦੇ ਤੇ ਨਹੀਂ ਕਰਨੇ, ਸਾਰੇ ਮੁੱਦਿਆਂ ਤੇ ਕਰਨਗੇ। ਉਹਨਾਂ ਦੇ ਜਵਾਬ ਕੀ ਨੇ, ਇਹ ਪੁੱਛਣਾ ਹਰ ਐਮਐਲਏ ਦਾ ਹੱਕ ਹੈ, ਚਾਹੇ ਉਹ ਰੂਲਿੰਗ ਪਾਰਟੀ ਦਾ ਚਾਹੇ ਉਹ ਆਪੋਜੀਸ਼ਨ ਪਾਰਟੀ ਦਾ, ਔਰ ਜਵਾਬ ਦੇਣਾ ਇਹ ਸੀਐਮ ਦਾ ਫਰਜ਼ ਹੈ। ਔਰ ਜੀ ਇਹ ਸਵਾਲ ਕੋਈ ਨਵਜੋਤ ਸਿੰਘ ਸਿੱਧੂ ਨੂੰ ਉਹਦੇ ਖਿਲਾਫ 1 to 1 ਖੜਾ ਕਰ ਦੇਣਾ ਪ੍ਰੈਸ ਵੱਲੋਂ ਕਿ ਨਵਜੋਤ ਸਿੱਧੂ ਤੇ ਅਮਰਿੰਦਰ ਦੀ ਆਪਸ ਦੇ ਵਿੱਚ ਜਿਹੜੀ ਆ ਉਹ ਪਰਸਨਲ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨੇ ਜਿੰਨੇ ਵੀ ਬਿਆਨ ਦਿੱਤੇ ਹੈ ਸਿਰਫ ਇਹ ਕਿਹਾ, ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਪਟਿਆਲਿਓਂ ਆ ਕੇ ਇਲੈਕਸ਼ਨ ਲੜ ਲੈ, ਮੈਂ ਜ਼ਮਾਨਤ ਜ਼ਬਤ ਕਰਾ ਦੂੰਗਾ। ਦੇਖੋ ਉਹਦਾ ਟਵੀਟ ਜਿਹੜਾ ਆਇਆ ਸੀ ਨਵਜੋਤ ਦਾ, ਉਹ ਇਹ ਆਇਆ ਸੀ ਕਿ ਇਹ ਇੱਕ ਸੀਟ ਜਿਹੜੀ ਹੈ ਉਹ ਇੰਨੀ ਬਹੁਤ ਮਾਇਨੇ ਨਹੀਂ ਰੱਖਦੀ ਬੇਅਦਬੀ ਦੇ ਮਾਮਲੇ ਦੇ ਅੱਗੇ। ਤਾਂ ਮੇਰੀ ਬੇਨਤੀ ਇਹ ਹੈ ਵੀ ਬਜਾਏ ਇਹਨਾਂ ਗੱਲਾਂ ਦੇ ਆਪਾਂ ਉਹ ਬੇਅਦਬੀ ਦਾ ਮਾਮਲਾ ਸੁਲਝਾ ਕੇ, ਤੇ ਤੁਸੀਂ ਤਾਂ ਬੜੇ ਸਟਰੋਂਗ ਸੀਐਮ ਰਹੇ ਹੋ 2002 ਤੋਂ 2007 ਤੱਕ ਵੀ, ਉਹ ਮਸਲਾ ਤੁਸੀਂ ਕਾਈਂਡਲੀ ਸੁਲਝਾਓ ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਹਾਂ ਸਾਡੀ ਸਰਕਾਰ ਨੇ ਕਮ ਸੇ ਕਮ ਇਸ ਵੱਡੇ ਮਸਲੇ ਤੇ ਜਿਹਦੇ ਤੇ ਸਾਰੀ ਸਿੱਖੀ ਦਾ ਦਿਲ ਵਲੁੰਦਰਿਆ ਗਿਆ ਸੀਗਾ ਵੀ ਉਹ ਕਮ ਸੇ ਕਮ ਉਹ ਤਾਂ ਹੱਲ ਕਰਤਾ। ਸੋ ਉਹਦੇ ਚ ਮੈਨੂੰ ਇਹ ਨਹੀਂ ਹੈ ਕਿ ਉਹਨਾਂ ਨੇ ਪਰਸਨਲ ਅਟੈਕ ਕੀਤਾ, ਪਰਸਨਲ ਅਟੈਕ ਨਹੀਂ ਕੀਤਾ ਨਵਜੋਤ ਨੇ। ਸੋ ਆਪਸ ਦੇ ਵਿੱਚ ਬਿਆਨਬਾਜ਼ੀ ਤੇ ਉਹਦੀ ਰਿਪੋਰਟਿੰਗ ਜਿਹੜੀ ਹੈ ਉਹ ਕੁਛ ਇਦਾਂ ਦੀ ਦਰਸਾਈ ਜਾ ਰਹੀ ਹੈ ਕਿ ਇਹਨਾਂ ਦਾ ਆਪਸ ਦੋਵਾਂ ਦਾ ਪਰਸਨਲ ਹੈ। ਪਰਸਨਲ ਕੁਛ ਨਹੀਂ ਹੈ ਜੀ, ਪਾਰਟੀ ਦੇ ਐਮਐਲਏ ਨੂੰ ਹੱਕ ਹੈ ਜਦੋਂ ਮੁੱਦਿਆਂ ਦੇ ਉੱਤੇ ਲੋਕਾਂ ਕੋਲੇ ਜਾਣਾ ਤਾਂ ਉਹਨਾਂ ਨੂੰ ਵੀ ਉਹੀ ਸਵਾਲ ਹੋਣਗੇ ਤੇ ਹੋਣਗੇ। ਥੈਂਕ ਯੂ ਡਾਕਟਰ ਸੰਧੂ, ਮੈਂ ਵਾਪਸ ਆਵਾਂਗਾ ਤੁਹਾਡੇ ਵੱਲ ਵਾਪਸ ਆਵਾਂਗਾ। ਬਿਲਕੁਲ ਜਿਹੜਾ ਹੈਗਾ ਲੋਕਾਂ ਦਾ ਹੱਕ ਹੈ, ਵਿਧਾਇਕਾਂ ਦਾ ਵੀ ਹੱਕ ਹੈ ਗੱਲ ਪੁੱਛਣੀ, ਕਿਉਂਕਿ ਜਨਤਕ ਤੌਰ ਤੇ ਮੁੱਖ ਮੰਤਰੀ ਗ੍ਰਹਿ ਮੰਤਰੀ ਤੋਂ ਸਵਾਲ ਤਾਂ ਪੁੱਛੇ ਜਾਣਗੇ। ਨੀਲ ਗਰਗ, ਆਪਾਂ ਪੰਜਾਬ 'ਚ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਪੰਜਾਬ ਦੇ 'ਚ ਆਮ ਆਦਮੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਨਵਜੋਤ ਸਿੱਧੂ ਜਦੋਂ ਗੱਲ ਕਰ ਰਹੇ ਤਾਂ ਕੱਲੀ ਗੱਲ ਨਵਜੋਤ ਸਿੱਧੂ ਦੀ ਨਹੀਂ, ਜਿੱਦਾਂ ਡਾਕਟਰ ਸੰਧੂ ਨੇ ਕਿਹਾ ਇਹਦੇ ਤੇ ਸੁਖਜਿੰਦਰ ਰੰਧਾਵੇ ਦੀ ਗੱਲ ਕਰ ਲਈਏ, ਚੰਨੀ ਦੀ ਗੱਲ ਕਰ ਲਈਏ, ਤੁਹਾਡੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਦੀ ਗੱਲ ਕਰ ਲਈਏ, ਜਿੱਦਾਂ ਇਹਨਾਂ ਨੇ ਕਿਹਾ ਚੀਮਾ ਦੀ ਗੱਲ ਕਰ ਲਈਏ, ਜਾਂ ਸਮੁੱਚਾ ਪੰਜਾਬ ਇਸ ਮੁੱਦੇ ਤੇ ਜਾਣਨਾ ਚਾਹੁੰਦਾ ਹੈ ਕਿ ਹੁਣ ਜਦੋਂ ਗੱਲ ਉੱਠ ਕੇ ਸਾਹਮਣੇ ਆ ਰਹੀ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਗਰਗ ਸਾਹਿਬ ਇਸ ਮੁੱਦੇ ਨੂੰ, ਕਿਉਂਕਿ ਆਖਰ ਨਵਜੋਤ ਸਿੱਧੂ ਨੇ ਇਸ ਮਾਮਲੇ ਨੂੰ ਜਿਹੜਾ ਹੈਗਾ ਉਭਾਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ। ਜਿਸ ਬਿੰਦਾਸ ਅੰਦਾਜ਼ ਦੇ ਵਿੱਚ ਜਿਹੜਾ ਹੈਗਾ ਇਹ ਗੱਲਾਂ ਕੀਤੀਆਂ ਨੇ, ਇਹ ਗੱਲਾਂ ਕਰਨ ਵਾਸਤੇ ਵੀ ਜਿਗਰਾ ਚਾਹੀਦਾ ਹੈਗਾ, ਕਿਉਂਕਿ ਕਾਂਗਰਸ ਦਾ ਨੁਮਾਇੰਦਾ ਹੋਣ ਦੇ ਬਾਵਜੂਦ ਜਿੱਥੇ ਉਹਨਾਂ ਦੀ ਗਲਤੀ ਹੈ ਤੇ ਉਹਨਾਂ ਨੂੰ ਉਹ ਮੰਨਦੇ ਆ। ਪਰ ਜਿੱਥੋਂ ਤੱਕ ਜਿਹੜੀ ਗੱਲ ਅੱਜ ਨਵਜੋਤ ਸਿੰਘ ਸਿੱਧੂ ਕਹਿ ਰਹੇ ਆ, ਇਹ ਕੋਈ ਨਵੀਂ ਗੱਲ ਨਹੀਂ ਕਹਿ ਰਹੇ। ਅਸੀਂ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਅੱਜ ਕਹਿ ਰਹੇ ਆ, ਆਮ ਆਦਮੀ ਪਾਰਟੀ ਤਾਂ ਪਿਛਲੇ 4.5 ਸਾਲ ਤੋਂ ਉਹੀ ਗੱਲ ਕਹਿ ਰਹੀ ਹੈ। ਅੱਜ ਪਿੰਡਾਂ ਦੇ ਸੱਥਾਂ ਦੇ ਵਿੱਚ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ, ਇਹ ਬਾਦਲਾਂ ਦੀ ਸਰਕਾਰ ਚੱਲਦੀ ਹੈ। ਜੇਕਰ ਇਹ ਨਾ ਹੁੰਦਾ, ਮਤਲਬ ਇੱਕ ਐਡਾ ਸਟਰੋਂਗ ਮੁੱਖ ਮੰਤਰੀ ਜਿਹੜਾ ਦੇਖਿਆ ਸੀ ਲੋਕਾਂ ਨੇ 2002 ਤੋਂ ਲੈ ਕੇ 2007 ਤੱਕ, ਉਹ ਗੁਟਕਾ ਸਾਹਿਬ ਦੀ ਸਹੁੰ ਖਾਂਦਾ ਹੈ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹ ਕਹਿੰਦਾ ਹੈਗਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦੂੰਗਾ, ਮੈਂ ਪੰਜਾਬ 'ਚੋਂ ਖੁਦਕਸ਼ੀਆਂ ਖਤਮ ਕਰ ਦੂੰਗਾ, ਮੈਂ ਜਿਹੜਾ ਬਾਈਬਲ ਕਲਾਂ ਤੇ ਬਰਗਾੜੀ ਕਾਂਡ ਜਿਹੜਾ ਹੈਗਾ ਇਹਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦੇ ਦੂੰਗਾ। ਜੇਕਰ 4.5 ਸਾਲਾਂ ਤੋਂ ਬਾਅਦ ਵੀ ਕੁਝ ਨਹੀਂ ਹੁੰਦਾ, ਉਹ ਵੀ ਗੁਟਕਾ ਸਾਹਿਬ ਦੀ ਸਹੁੰ ਖਾਣ ਤੋਂ ਬਾਅਦ, ਤੇ ਲੋਕ ਤਾਂ ਗੱਲਾਂ ਕਰਨਗੇ ਹੀ, ਤੇ ਲੋਕ ਗੱਲਾਂ ਠੀਕ ਕਰ ਰਹੇ ਨੇ। ਜੇ ਮੈਂ ਨਸ਼ਿਆਂ ਦੀ ਗੱਲ ਕਰਾਂ, ਹਾਲਾਂਕਿ ਮੈਂ ਬਰਗਾੜੀ ਦੀ ਗੱਲ ਕਰ ਰਿਹਾ, ਪਿਛਲੇ ਲੰਬੇ ਸਮੇਂ ਤੋਂ ਜਿਹੜੀ ਰਿਪੋਰਟ ਹੈਗੀ ਹੈ ਉਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ, ਔਰ ਇਸ ਸਰਕਾਰ ਨੇ ਉਸ ਰਿਪੋਰਟ ਨੂੰ ਓਪਨ ਕਰਾਉਣ ਦੇ ਲਈ, ਜਨਤਕ ਕਰਨ ਦੇ ਲਈ ਕੋਈ ਹਿੱਲਾ ਵਸੀਲਾ ਨਹੀਂ ਵਰਤਿਆ। ਔਰ ਜਿੱਥੋਂ ਤੱਕ ਬਰਗਾੜੀ ਦਾ ਇਸ਼ੂ ਹੈਗਾ, ਤੇ ਜੋ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ, ਦੁੱਖ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਸਿਰਫ ਕਹਿ ਰਹੇ ਨੇ, ਕਰਦੇ ਕੁਝ ਨਹੀਂ ਹੈਗੇ। ਚਾਹੇ ਤੁਸੀਂ 2018 ਦਾ ਲਾਈਵ ਸੈਸ਼ਨ ਦੇਖ ਲਓ, ਜਦੋਂ 27 ਅਗਸਤ ਨੂੰ ਸੈਸ਼ਨ ਹੋਇਆ ਸੀ, ਉਸ ਸਮੇਂ ਤੇ ਚਾਹੇ ਤ੍ਰਿਪਤ ਬਾਜਵਾ ਜੀ ਸੀ, ਸੁਖੀ ਰੰਧਾਵਾ ਜੀ ਸੀ, ਮਨਪ੍ਰੀਤ ਬਾਦਲ ਸੀ, ਨਵਜੋਤ ਸਿੰਘ ਸਿੱਧੂ ਸੀ, ਇਹਨਾਂ ਨੇ ਬਿਲਕੁਲ ਅਗਵਾਈ ਕੀਤੀ ਸੀ, ਝੋਲੀਆਂ ਦੀ ਅੱਡੀਆਂ ਸੀ, ਔਰ ਕਿਹਾ ਸੀ ਕਿ ਮਤਲਬ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬਰਗਾੜੀ ਕਾਂਡ ਦੇ ਜਿਹੜੇ ਦੋਸ਼ੀ ਨੇ ਜਾਂ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਵਾਂਗੇ। ਪਰ ਕੀ ਹੋਇਆ? ਕੁਝ ਵੀ ਨਹੀਂ। ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਾਂਗਰਸ ਦੀ ਇਨਫਾਈਟ ਹੈਗੀ ਹੈ, ਉਹ ਇਨਫਾਈਟ ਕੁਝ ਲੋਕ ਕੁਰਸੀ ਬਚਾਉਣ ਲਈ ਲੜ ਰਹੇ ਨੇ ਤੇ ਕੁਝ ਲੋਕ ਕੁਰਸੀ ਹਥਿਆਉਣ ਲਈ ਲੜ ਰਹੇ ਹੈਗੇ ਆ। ਇਸ ਕਰਕੇ ਸਿਰਫ ਗੱਲਾਂ ਹੋ ਰਹੀਆਂ, ਗੱਲਾਂ ਤੋਂ ਅੱਗੇ ਨਹੀਂ ਜਾਇਆ ਜਾ ਰਿਹਾ। ਇਸ ਚੀਜ਼ ਦੇ ਉੱਤੇ ਲੋਕਾਂ ਦਾ ਬਹੁਤਾ ਇੰਟਰਸਟ ਹੈ ਨਹੀਂ। ਲੋਕਾਂ ਦਾ ਇੰਟਰਸਟ ਜਿਹੜਾ ਹੈਗਾ, ਲੋਕ ਇਹ ਕਹਿੰਦੇ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਕੁਝ ਕਰਕੇ ਦਿਖਾਵੋ। ਗੱਲਾਂ ਸੋਸ਼ਲ ਮੀਡੀਆ ਤੇ ਕਰ ਲੈਣੀਆਂ, ਟਵੀਟ ਕਰਦੇ ਨੇ, YouTube ਬਣਾ ਲੈਣੀ,
ਉਹਦੇ ਨਾਲ ਕੋਈ ਯਾਨੀ ਕਿ ਮਸਲੇ ਹੱਲ ਨਹੀਂ ਹੁੰਦੇ। ਜੇ ਮਸਲੇ ਹੱਲ ਕਰਨੇ ਨੇ, ਜੇ ਕੈਪਟਨ ਸਾਹਿਬ ਤੇ ਪ੍ਰੈਸ਼ਰ ਪਾਉਣਾ ਹੈਗਾ, ਜਿਸ ਤਰ੍ਹਾਂ ਕਿ ਮੀਡੀਆ ਦੀਆਂ ਕੰਸੋਲਾਂ ਵੀ ਆ ਰਹੀਆਂ ਨੇ ਕਿ ਇਸ ਵਕਤ ਤਕਰੀਬਨ 70 ਐਮਐਲਏ ਜਿਹੜੇ ਹੈਗੇ ਆ ਉਹ ਇਸ ਯਾਨੀ ਕਿ ਵਿਚਾਰ ਤੇ ਹੈਗੇ ਆ ਕਿ ਸਜ਼ਾ ਦੇਣੀ ਬਣਦੀ ਔਰ ਕੈਪਟਨ ਸਾਹਿਬ ਕਮਜ਼ੋਰ ਸਿੱਧ ਹੋ ਰਹੇ ਹੈਗੇ ਆ, ਤਾਂ ਤੁਸੀਂ ਅਸਤੀਫਾ ਦਿਓ ਕੈਪਟਨ, ਤਾਂ ਕਿ ਹਾਈ ਕਮਾਂਡ ਦੇ ਉੱਤੇ ਯਾਨੀ ਕਿ ਪ੍ਰੈਸ਼ਰ ਬਣੇ, ਕੈਪਟਨ ਦੇ ਉੱਤੇ ਪ੍ਰੈਸ਼ਰ ਬਣੇ। ਅੱਜ ਜਿਹੜੀ ਸਰਕਾਰ ਨੂੰ ਬਾਦਲ ਚਲਾ ਰਹੇ ਨੇ ਉਹ ਉਹਨੂੰ ਕਾਂਗਰਸ ਚਲਾਉਂਦੀ ਹੋਵੇ ਔਰ ਦੋਸ਼ੀ ਜੇਕਰ ਇਹਨਾਂ ਕੋਲ ਵਾਕਈ ਪ੍ਰੂਫ ਨੇ, ਜਿਸ ਤਰੀਕੇ ਨਾਲ ਕੈਪਟਨ ਸਾਹਿਬ ਚੋਣਾਂ ਤੋਂ ਪਹਿਲਾਂ ਯਾਨੀ ਕਿ ਵੀਡੀਓ ਦੇ ਵਿੱਚ ਕਹਿੰਦੇ ਸੀ ਕਿ ਮੈਂ ਫੜ ਕੇ ਅੰਦਰ ਕਰ ਦਾਂਗਾ, ਸਾਨੂੰ ਪਤਾ ਕਿੰਨੇ ਬੇਅਦਬੀ ਕੀਤੀ ਹੈ, ਫਿਰ ਕਿਉਂ ਨਹੀਂ ਅੰਦਰ ਕਰਦੇ? ਸੋ ਮੇਰਾ ਕਹਿਣ ਦਾ ਮਤਲਬ ਹੈਗਾ ਕੁਝ ਕਰਕੇ ਦਿਖਾਓ ਜਾਂ ਸਿਰਫ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਓਕੇ, ਥੈਂਕ ਯੂ ਡਾਕਟਰ ਸੰਧੂ ਕਲੇਰ ਜੀ, ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੈ, ਆਪਾਂ ਉਹਨਾਂ ਤੋਂ ਵੀ ਜਵਾਬ ਲੈਣਾ, ਪਰ ਤੁਸੀਂ ਆਪਣੀ ਗੱਲ ਕਹਿਣੀ ਚਾਹੁੰਦੇ ਸੀ, ਪਲੀਜ਼ ਸੰਖੇਪ ਦੇ ਵਿੱਚ ਨੀਲ ਗੱਲ ਦੇ ਕਮੈਂਟਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰੀ ਬੇਨਤੀ ਹੈ ਜੀ ਕਲੇਰ ਸਾਹਿਬ ਨੂੰ ਬੋਲਣ ਦਿਓ, ਉਸ ਤੋਂ ਬਾਅਦ ਕੋਈ ਗੱਲ ਨਹੀਂ, ਮੈਂ ਬਾਅਦ ਦੇ ਵਿੱਚ ਕਰ ਲੂੰਗਾ ਗੱਲ, ਪਲੀਜ਼। ਮੋਸਟ ਵੈਲਕਮ ਜੀ। ਕਲੇਰ ਸਾਹਿਬ, ਜਿਸ ਮੁੱਦੇ ਤੇ ਆਪਾਂ ਸਵਾਲ ਲਿਆ, ਸਵਾਲ ਤਾਂ ਬਿਲਕੁਲ ਸਪਸ਼ਟ ਹੈ, ਜਿੱਦਾਂ ਨਵਜੋਤ ਸਿੱਧੂ ਨੇ ਕਿਹਾ ਜਾਂ ਦੂਜੀਆਂ ਧਿਰਾਂ ਵੀ ਕਹਿ ਰਹੀਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਹਨੇ ਕਿਹਾ ਕਿ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਵਜੋਂ ਮੁੱਖ ਮੰਤਰੀ ਜ਼ਿੰਮੇਵਾਰ ਹੈ, ਕਿਉਂ ਨਹੀਂ ਹੋ ਰਹੀ ਕਾਰਵਾਈ? ਇੱਧਰ ਉੱਧਰ ਦੀ ਗੱਲ ਨਹੀਂ, ਲੋਕ ਨਤੀਜਾ ਚਾਹੁੰਦੇ ਹੈ। ਜਗਤਾਰ ਜੀ, ਗੱਲ ਇਸ ਤਰ੍ਹਾਂ ਹੈ ਕਿ ਵੈਸੇ ਤਾਂ ਕਾਂਗਰਸ ਦਾ ਵੈਸੇ ਤਾਂ ਇੰਟਰਨਲ ਮੈਟਰ ਹੈਗਾ, ਬਟ ਗੱਲ ਇਹਦੇ 'ਚ ਕੀ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਆਪਾਂ ਜੇ ਗੱਲ ਕਰੀਏ ਤਾਂ ਉਹਨਾਂ ਨੇ 1 ਸਾਲ ਉਹ ਕੈਬਨਿਟ ਮੰਤਰੀ ਰਹੇ ਪੰਜਾਬ ਦੇ ਵਿੱਚ। ਉਹ ਬੇਅਦਬੀਆਂ ਦੇ ਮੁੱਦੇ ਤੇ ਅਸਤੀਫਾ ਦੇ ਕੇ ਨਹੀਂ ਗਏ ਸੀਗੇ, ਉਹਨਾਂ ਦਾ ਆਪਦਾ ਰੌਲਾ ਸੀ, ਉਹਨਾਂ ਦਾ ਮਹਿਕਮਾ ਬਦਲ ਦਿੱਤਾ ਗਿਆ ਸੀ, ਉਹਨਾਂ ਨੇ ਕੈਬਨਿਟ ਮੰਤਰੀ ਦੇ ਤੌਰ ਤੇ ਅਸਤੀਫਾ ਦਿੱਤਾ ਸੀ। ਔਰ ਇਹ ਲੰਬੇ ਸਮੇਂ ਦੇ ਦੌਰਾਨ ਨਵਜੋਤ ਸਿੱਧੂ ਇੱਕ ਵਾਰ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਜਾ ਕੇ ਮੁੱਖ ਮੰਤਰੀ ਦੀ ਘੇਰਾਬੰਦੀ ਕੀਤੀ ਹੋਵੇ ਕਿ ਬੇਅਦਬੀਆਂ ਦਾ ਇਨਸਾਫ ਦਿਵਾਓ। ਔਰ ਜਨਵਰੀ 2021 ਦੇ ਵਿੱਚ ਇਸੇ ਸਾਲ ਬੇਅਦਬੀਆਂ ਦੇ ਉੱਤੇ ਹਾਈ ਕੋਰਟ ਰਿਟ, ਜਿਹੜੀ ਇੱਕ ਹਾਈ ਕੋਰਟ ਉਹਦੀ ਸਿੱਟ ਨੂੰ ਰੱਦ ਕਰ ਦਿੰਦੀ ਹੈ ਖੱਟੜਾ ਸਾਹਿਬ ਵਾਲੀ ਨੂੰ। 5 ਮਹੀਨੇ ਹੋ ਗਿਆ ਜੇ ਨਵਜੋਤ ਸਿੱਧੂ ਸਾਹਿਬ ਇੱਕ ਬਿਆਨ ਦਿਖਾ ਦੇਣ ਜਿੱਥੇ ਉਹਨਾਂ ਨੇ ਗੰਭੀਰਤਾ ਦਿਖਾਈ ਹੋਵੇ ਕਿ ਬੇਅਦਬੀਆਂ ਦੀ ਸਿੱਟ ਰੱਦ ਹੋ ਗਈ, ਬਈ ਸਰਕਾਰ ਕੀ ਕਰ ਰਹੀ ਹੈ। ਗੱਲ ਇਹ ਹੈ ਕਿ ਜਿਹੜੀ ਗੋਲੀ ਕਾਂਡ ਦੀ ਸਿਆਸਤ ਹੈ, ਇਹਦੇ ਆਲੇ ਦੁਆਲੇ ਚੀਜ਼ਾਂ ਨੂੰ ਲਿਆ ਕੇ ਰੱਖਣਾ ਚਾਹੁੰਦੇ ਨੇ। ਔਰ ਮੈਂ ਦੱਸਦਾ ਜਗਤਾਰ ਜੀ ਕਿ ਸਭ ਤੋਂ ਵੱਡਾ ਨੁਕਸਾਨ ਕਿੱਥੇ ਹੋ ਰਿਹਾ ਹੈ। ਇੱਕ ਨਾ ਇਹ ਨਵਜੋਤ ਸਿੱਧੂ ਸਾਹਿਬ ਹੋ ਗਏ, ਆਮ ਆਦਮੀ ਪਾਰਟੀ ਦੇ ਕੋਲੇ ਕਿਉਂਕਿ ਮੁੱਦਾ ਕੋਈ ਬਚਿਆ ਨਹੀਂ। ਦਿੱਲੀ ਮਾਡਲ ਦੀ ਗੱਲ ਕਰਦੇ ਰਹੇ, ਦਿੱਲੀ ਮਾਡਲ ਕਰੋਨਾ ਦੇ ਵਿੱਚ ਬਿਲਕੁਲ ਹੀ ਮੂਧੇ ਮੂੰਹ ਡਿੱਗ ਗਿਆ। ਹੁਣ ਇੱਕੋ ਗੱਲ ਤੇ ਆ ਗਏ ਕਿ ਜੀ ਬਾਦਲ ਤੇ ਕਾਂਗਰਸ ਮਿਲੇ ਹੋਏ ਨੇ, ਇਸ ਤੋਂ ਵੱਧ ਕੇ ਇਹਨਾਂ ਦੀ ਇਹ ਸ਼ੋਅ ਕਰਦਾ ਕਿ ਇਹਨਾਂ ਦੀ ਪੋਲੀਟੀਕਲ ਮੈਚੁਰਿਟੀ ਕਿੱਡੀ ਵੱਡੀ ਹੈ। ਨਹੀਂ, ਮੈਂ ਇੱਕ ਗੱਲ ਕਹਿਣਾ ਜੀ, ਇਹ ਗੁਰੂ ਗ੍ਰੰਥ ਸਾਹਿਬ ਦੀ ਜਾਂਚ ਹੈ, ਇਹਦੇ 'ਚ ਝੂਠਾ ਬੰਦਾ ਫਸਾਇਆ ਨਹੀਂ ਜਾਣਾ, ਸੱਚਾ ਦੋਸ਼ੀ ਬਚਾਇਆ ਨਹੀਂ ਜਾਣਾ। ਔਰ ਦੂਸਰੀ ਵੱਡੀ ਗੱਲ ਹੈ, ਨਵਜੋਤ ਸਿੱਧੂ ਜਾਂਦੇ ਨੇ ਉੱਥੇ 2 ਭਰਾਵਾਂ ਨੂੰ, ਰੁਪਿੰਦਰ ਤੇ ਜਸਵਿੰਦਰ ਦਾ ਸਨਮਾਨ ਕਰਦੇ ਨੇ। ਮੈਂ ਅੱਜ ਵੀ ਤੁਹਾਡੇ ਚੈਨਲ ਤੇ ਆਵਾਜ਼ ਚੱਕਦਾ, ਮੈਂ ਸਵੇਰੇ ਵੀ ਇੱਕ ਮੀਡੀਆ ਹਾਊਸ ਨੂੰ ਇੱਕ ਇੰਟਰਵਿਊ ਦਿੱਤੀ, ਉਹ 'ਚ ਵੀ ਇਹ ਗੱਲ ਕਹੀ ਹੈ। ਉਹ ਦੋਨੋਂ ਭਰਾਵਾਂ ਦੇ ਉੱਤੇ ਉਂਗਲ ਉੱਠਦੀ ਹੈ। ਉਹ ਦੋਨੋਂ ਭਰਾ ਇਕੱਲੇ ਸਾਰੇ ਬੇਅਦਬੀ ਕਾਂਡ ਦੇ ਵਿੱਚ, ਬਾਕੀ ਸਭ ਦਾ ਲਾਈ ਡਿਟੈਕਟਰ ਟੈਸਟ ਹੋਇਆ, ਸਭ ਦਾ ਸਭ ਕੁਝ ਹੋਇਆ। ਉਹ ਦੋਨੇ ਭਰਾਵਾਂ ਨੇ ਅੱਜ ਤੱਕ ਰਿਫਿਊਜ਼ ਕੀਤਾ ਕੋਰਟ ਦੇ ਵਿੱਚ ਜਾ ਕੇ ਕਿ ਜੀ ਅਸੀਂ ਨਹੀਂ ਕਰਨਾ, ਅਸੀਂ ਨਾ ਲਾਈ ਡਿਟੈਕਟਰ ਦੇਣਾ ਨਾ ਕੁਝ ਦੇਣਾ। ਔਰ ਕਾਨੂੰਨਨ ਮਜਬੂਰੀ ਹੈ, ਜੇ ਬੰਦਾ ਨਾ ਕਰਦੇ ਤਾਂ ਉਹਦਾ ਲਾਈ ਡਿਟੈਕਟਰ ਟੈਸਟ ਹੋ ਨਹੀਂ ਸਕਦਾ। ਕੀ ਇਹ 2 ਬੰਦੇ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਨੇ? ਕੀ ਇਹ 2 ਬੰਦੇ ਬੇਅਦਬੀਆਂ ਦੀ ਜਾਂਚ ਤੋਂ ਵੀ ਉੱਤੇ ਨੇ? ਨਵਜੋਤ ਸਿੱਧੂ ਸਾਹਿਬ ਜਵਾਬ ਦੇਣ ਕਿ ਉਸ ਮੁੱਦੇ ਤੇ ਉਹ ਕੀ ਕਰ ਰਹੇ ਨੇ। ਔਰ ਤੀਸਰੀ ਜਿਹੜੀ ਵੱਡੀ ਗੱਲ ਹੈ ਜਗਤਾਰ ਜੀ, ਮੈਂ ਬੜਾ ਸਪਸ਼ਟ ਤੌਰ ਤੇ ਕਹਿਣਾ ਹੈ ਕਿ ਨਵਜੋਤ ਸਿੱਧੂ ਸਾਹਿਬ ਦੀ ਸਿਰਫ ਕੁਰਸੀ ਦੀ ਲੜਾਈ ਹੈ। ਉਹ ਕੁਰਸੀ ਦੀ ਲੜਾਈ ਲੜ ਰਹੇ ਨੇ, ਬੇਅਦਬੀਆਂ ਦਾ ਦੂਰ ਦੂਰ ਤੱਕ ਲੈਣਾ ਦੇਣੀ। ਅੱਜ ਕਾਂਗਰਸ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਐਲਾਨ ਦੇ, ਅੱਜ ਹੀ ਉਹ ਸਾਰਾ ਆਪਣਾ ਕੁਝ ਟਿੱਕ ਕੇ ਬਹਿ ਜਾਣਗੇ ਔਰ ਕਹਿਣਗੇ ਨਹੀਂ ਜੀ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਦੇ ਵਿੱਚ ਇਲੈਕਸ਼ਨ ਲੜਨੀ ਹੈ। ਸੋ ਨਵਜੋਤ ਸਿੱਧੂ ਸਾਹਿਬ ਦੀ ਇਕੱਲੀ ਕੁਰਸੀ ਦੀ ਲੜਾਈ ਹੈ ਜੀ। ਇੱਕ ਸਵਾਲ ਛੋਟਾ ਜਿਹਾ ਮੈਂ ਹੋਰ ਲੈਣਾ ਚਾਹੁੰਦਾ ਹਾਂ ਕਲੇਰ ਜੀ, ਤੁਸੀਂ ਕਹਿ ਰਹੇ ਹੋ ਕਿ ਕੁਰਸੀ ਦੀ ਲੜਾਈ ਬਿਲਕੁਲ ਠੀਕ ਹੈ, ਪਰ ਇੱਕ ਗੱਲ ਤਾਂ ਹੈ ਜੇ ਨਵਜੋਤ ਸਿੱਧੂ ਕਹਿ ਰਿਹਾ ਹੈ ਕਿ ਗ੍ਰਹਿ ਮੰਤਰੀ ਦੇ ਤੌਰ ਤੇ ਜ਼ਿੰਮੇਵਾਰੀ ਬਣਦੀ ਸੀ, ਤਾਂ ਗ੍ਰਹਿ ਮੰਤਰੀ ਨੂੰ ਜਵਾਬ ਦੇ ਤਾਂ ਹੋਣਾ ਹੀ ਪਏਗਾ ਨਾ ਜੀ ਇਸ ਮੁੱਦੇ ਤੇ। ਜਿੱਦਾਂ ਆਪਾਂ ਸਾਰੇ ਮੰਨਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਵੱਡਾ ਮੁੱਦਾ ਕੋਈ ਹੋ ਨਹੀਂ ਸਕਦਾ, ਤੇ ਫਿਰ ਗ੍ਰਹਿ ਮੰਤਰੀ ਕੌਣ ਹੈ? ਮੁੱਖ ਮੰਤਰੀ ਨੇ ਪੰਜਾਬ ਦੇ, ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਜੀ। ਜਗਤਾਰ ਜੀ, ਜਿਸ ਤਰ੍ਹਾਂ ਦੀ ਹਾਈ ਕੋਰਟ ਦੀ ਜਜਮੈਂਟ ਆਈ ਹੈ ਔਰ ਜਿਸ ਤਰ੍ਹਾਂ ਦੀ ਟਿੱਪਣੀਆਂ ਹੋਈਆਂ ਨੇ ਕਿ ਸਿਆਸਤ ਤੋਂ ਪ੍ਰੇਰਿਤ ਜਾਂਚ ਹੈ, ਬੇਤੁਕੀ ਬੇਹੁਦਾ, ਇਸ ਤਰੀਕੇ ਦੀ ਜਾਂਚ ਔਰ ਜਿਹੜੇ ਗਵਾਹਾਂ ਦੇ ਬਿਆਨ ਹੈ ਤੋੜ ਮਰੋੜ ਕੇ ਪੇਸ਼ ਕੀਤੇ, ਐਸੀਆਂ ਆਬਜ਼ਰਵੇਸ਼ਨਾਂ ਤੋਂ ਬਾਅਦ ਮੁੱਖ ਮੰਤਰੀ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ, ਕਿਉਂਕਿ ਸਰਕਾਰ ਦੇ ਖਿਲਾਫ ਇੰਨੀ ਗੰਭੀਰ ਟਿੱਪਣੀ ਸਿਟਿੰਗ ਜੱਜ ਹਾਈ ਕੋਰਟ ਦੇ ਕਰ ਦੇਣ ਤਾਂ ਮੈਨੂੰ ਲੱਗਦਾ ਨਹੀਂ ਸੀ ਕਿ ਉਹ ਨੈਤਿਕਤਾ ਦੇ ਆਧਾਰ ਤੇ ਬਣੇ ਰਹਿਣ ਦਾ ਉਹ ਸੀ। ਮੇਰਾ ਕਹਿਣ ਦਾ ਮਕਸਦ ਹੈ ਕਿ ਕਲੈਕਟਿਵ ਰਿਸਪੌਂਸਿਬਿਲਿਟੀ ਹੈ, ਜਿੱਡਾ ਮੁੱਖ ਮੰਤਰੀ ਜ਼ਿੰਮੇਵਾਰ ਨੇ ਓਡੇ ਹੀ ਸਾਰੇ ਐਮਐਲਏ, ਸਾਰੀ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਹਾਈ ਕੋਰਟ ਦੀ ਜਜਮੈਂਟ ਗੱਲ ਕਰਦੀ ਹੈ ਟੌਪ ਫੰਕਸ਼ਨਰੀਜ਼ ਆਫ ਦ ਗਵਰਨਮੈਂਟ,
ਟੌਪ ਫੰਕਸ਼ਨਰੀਜ਼ Okay. ਸਭ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ। ਮੁੱਖ ਮੰਤਰੀ ਦੇ ਨਾਲ ਨਵਜੋਤ ਸਿੱਧੂ ਜਾਂ ਹੋਰ ਕੋਈ ਸੁੱਖੀ ਰੰਧਾਵਾ ਜਿਨ੍ਹਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ, ਬੇਅਦਬੀਆਂ ਦਾ ਇਨਸਾਫ ਦਿਵਾਉਣ ਦੀ, ਨਸ਼ਾ ਮੁਕਤ ਪੰਜਾਬ ਦੀ, ਘਰ ਘਰ ਨੌਕਰੀ ਦੀ, ਇਹ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਅਗਰ ਅੱਜ ਦੀ ਡੇਟ ਦੇ ਵਿੱਚ ਜੀ ਕਲੇਰ ਜੀ ਆ ਗਈ ਗੱਲ ਨਵਜੋਤ ਤੁਹਾਡੀ। ਸਿੱਧੂ ਥੈਂਕ ਯੂ ਇਹ ਵੈਰੀ ਸੋਚਦੇ ਮਚ। ਨੇ ਕਿ ਮੈਂ ਆਪਣੀ ਐਂਟੀ ਇਨਕੰਬੈਂਸੀ ਚੋਂ ਨਿਕਲ ਜਾ, ਇਹਨਾਂ ਦੀ ਚੌਂਤਾ ਇਹ ਨਿਕਲਿਆ ਨਹੀਂ ਜਾਣਾ, ਕਲੈਕਟਿਵ ਰਿਸਪੌਂਸਿਬਿਲਿਟੀ ਹੈ, ਸਾਰਿਆਂ ਦੀ ਜ਼ਿੰਮੇਵਾਰੀ ਹੈ। ਜੀ ਤੁਹਾਡੀ ਗੱਲ ਆ ਗਈ। ਆਪਾਂ ਫਿਰ ਆਵਾਂਗੇ ਇਸ ਮੁੱਦੇ ਤੁਹਾਡੇ ਵੱਲ। ਜਿਹੜਾ ਡਾਕਟਰ ਸੰਧੂ ਤੁਸੀਂ ਆਪਣੀ ਗੱਲ ਕਹਿਣੀ ਚਾਹੁੰਦੇ ਸੀ, ਪਰ ਨਾਲ ਹੀ ਤੁਸੀਂ ਕਮੈਂਟਸ ਵੀ ਸੁਣੇ ਆ ਕਲੇਰ ਜੀ ਦੇ ਵੀ, ਇਸ ਤੋਂ ਪਹਿਲਾਂ ਆਮ ਦੇ ਵੀ। ਉਹਨਾਂ ਦਾ ਕਹਿਣਾ ਹੈ ਕਿ ਕੁਰਸੀ ਦੀ ਲੜਾਈ ਹੈ, ਨਵਜੋਤ ਸਿੱਧੂ ਨੂੰ ਵੀ ਜੇ ਅਹੁਦਾ ਮਿਲ ਜਾਂਦਾ ਤਾਂ ਉਹਨੇ ਕੋਈ ਗੱਲ ਨਹੀਂ ਸੀ ਕਰਨੀ। ਪਰ ਇੱਕ ਸਵਾਲ ਤਾਂ ਉੱਠ ਹੀ ਰਿਹਾ ਸਿੱਧੇ ਤੌਰ ਤੇ, ਜਿਹੜੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ ਬੇਅਦਬੀ ਦੇ ਮੁੱਦੇ ਤੇ, ਜਿਹੜਾ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਪਰ ਇਹਦੇ ਤੇ ਰਾਜਨੀਤੀ ਨੂੰ ਘੁਮਾਇਆ ਜਾ ਰਿਹਾ। ਜੀ ਡਾਕਟਰ ਸੰਧੂ। ਸਿੱਧੂ ਸਾਹਿਬ, ਪਹਿਲਾਂ ਤਾਂ ਮੈਂ ਨੀਲ ਗਰਗ ਜੀ ਦੇ ਨਾਲ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹ ਦੋਨੋਂ ਤਰ੍ਹਾਂ ਹੀ, ਵੈਸੇ ਵੇਖਿਆ ਜਾਵੇ ਤਾਂ ਮੇਰਾ ਛੋਟਾ ਵੀਰ ਵੀ ਤੇ ਨੀਲ ਗਰਗ ਵੀ, ਇਹ ਮੈਂ ਕਦੇ ਵੀ ਅੱਜ ਤੱਕ ਮੇਰੇ ਖਿਆਲ 400-450 ਡਿਬੇਟਸ ਹੋ ਗਈਆਂ, ਮੈਂ ਕਦੇ ਵੀ ਇਹ ਨਹੀਂ ਕਿਹਾ ਵੀ ਕੇਜਰੀਵਾਲ ਦੇ ਦਿਲ ਦੇ ਵਿੱਚ ਇਹ ਆ ਤੇ ਉਹ ਇਹ ਕਰੂਗਾ ਜਾਂ ਉਹ ਇਹ ਕਰਨਾ ਚਾਹੁੰਦਾ ਹੈ। ਉਹ ਜਾਣੇ। ਅਸੀਂ ਤਾਂ ਇਹ ਦੱਸ ਸਕਦੇ ਹਾਂ ਵੀ ਅਸੀਂ ਕੀ ਕੀਤਾ, ਕੀ ਨਹੀਂ ਕੀਤਾ, ਤੇ ਕਿੱਥੇ ਫੇਲ ਹੋਏ ਆ ਜਾਂ ਕਿੱਥੇ ਕਾਮਯਾਬ ਹੋਏ ਆ। ਪਰ ਇਹ ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀਆਂ ਦੀ ਇੱਕ ਖੂਬੀ ਹੈ ਕਿ ਇਹ ਦੂਜੇ ਦਾ ਮਨ ਪੜ੍ਹ ਕੇ ਉਹ ਕੀ ਕਰਨਾ ਚਾਹੁੰਦਾ ਹੈ। ਉਹ ਕੁਰਸੀ ਦੀ ਲੜਾਈ ਹੈ, ਉਹ ਫਲਾਣੇ ਦੀ ਲੜਾਈ ਹੈ, ਉਹ ਧਮਕੇ ਦੀ ਲੜਾਈ ਹੈ। ਜੇ ਇਹਨਾਂ ਨੂੰ ਪੁੱਛ ਲਓ ਤਾਂ ਬੇਅਦਬੀ ਬਾਕੀ ਕੋ ਕਰਦਾ ਹੈ ਤਾਂ ਕੁਰਸੀ ਦੀ ਲੜਾਈ ਹੈ। ਚਲੋ ਮੈਂ ਇਹਨਾਂ ਦੀ ਇਹ ਬੈਂਕਰਪਸੀ ਸਮਝਦਾ ਵਿਚਾਰਾਂ ਦੀ ਵੀ ਔਰ ਮਾਨਸਿਕਤਾ ਦੀ ਵੀ। ਨੀਲ ਗਰਗ ਜੀ ਕਹਿੰਦੇ ਆ ਵੀ ਨਵਜੋਤ ਸਿੰਘ ਸਿੱਧੂ ਟਵੀਟ ਕਰੀ ਜਾਂਦਾ, ਬੋਲੀ ਜਾਂਦਾ, ਕੁਝ ਕਰੇ। ਗਰਗ ਸਾਹਿਬ, ਬੋਲਣਾ ਆਪਦੀ ਸਰਕਾਰ ਦੇ ਖਿਲਾਫ, ਤੁਸੀਂ ਅੱਜ ਤੱਕ ਦੱਸ ਦਿਓ ਕੇਜਰੀਵਾਲ ਨੇ ਸਾਰਾ ਕੁਝ ਠੀਕ ਕੀਤਾ। ਤੁਸੀਂ ਕਿੱਦਣ ਉਹਨੂੰ ਨੁਕਸ ਕੱਢਿਆ ਸੀ ਵੀ ਕੇਜਰੀਵਾਲ ਸਾਹਿਬ ਇੱਥੇ ਆਪਾਂ ਫੇਲ ਹੋਏ ਆ। ਇਹ ਗੱਲਾਂ ਜਿਹੜੀਆਂ ਨਾ, ਗੱਲਾਂ ਹੀ ਇੱਕ ਜ਼ਰੀਆ ਹੁੰਦਾ ਹੈ ਜਦੋਂ ਅਸੀਂ ਪਬਲਿਕਲੀ ਕਰਦੇ ਹਾਂ। ਆਪਦੀ ਸਰਕਾਰ ਦੇ ਖਿਲਾਫ ਐਕਸ਼ਨ ਹੈ ਇਹ, ਦਿਸ ਇਜ਼ ਨਾਟ ਜਸਟ ਮੀਅਰ ਵਰਡਸ, ਇਹ ਐਕਸ਼ਨ ਹੈ, ਓਪਨਲੀ ਬਾਹਰ ਆਉਣਾ। ਦੂਜੀ ਗੱਲ, ਤੁਹਾਡਾ ਇੱਕ MP ਹੈ, ਉਹ ਜੋ ਰੌਲਾ ਪਾਉਂਦਾ ਉੱਥੇ ਪੋਇਟਰੀਆਂ ਸੁਣਾਉਂਦਾ, ਕਦੇ ਕੁਛ ਸੁਣਾਉਂਦਾ, ਕਦੇ ਕੁਛ ਸੁਣਾਉਂਦਾ, ਉਹ ਵੀ ਬੋਲਦਾ ਹੀ ਹੈ। ਉਹਨੂੰ ਤਾਂ ਬੜਾ ਤੁਸੀਂ ਚੱਕਦੇ ਆ ਜੀ, ਭਗਵੰਤ ਮਾਨ ਨੇ ਆਹ ਕਰਤਾ, ਉਹ ਕਰਤਾ, ਬੋਲਦਾ ਹੀ ਹੈ, ਐਕਸ਼ਨ ਕੱਖ ਨਹੀਂ ਹੈ, ਜ਼ੀਰੋ ਐਕਸ਼ਨ ਹੈ। ਸੋ ਇਹ ਗੱਲਾਂ ਹਰ ਕਿਤੇ ਢੁਕਵੀਆਂ, ਹਰ ਕਿਤੇ ਲਾਗੂ ਹੈ। ਸ਼ੇਰ ਸਾਹਿਬ ਦੀ ਗੱਲ ਦਾ ਮੈਂ ਜੀ ਡਾਕਟਰ ਸੰਧੂ ਕਿ ਜੀ ਸਾਰੇ ਕੈਬਨਿਟ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਭਲਿਓ ਮਾਨਸੋ, ਬੇਅਦਬੀਆਂ ਕਰਾਓ ਤੁਸੀਂ, ਬੇਅਦਬੀਆਂ ਹੁਣ ਤੁਹਾਡੇ ਜ਼ਮਾਨੇ 'ਚ ਔਰ ਤੁਹਾਡੀ ਸਿਆਸਤ ਦੇ ਵਿੱਚ, ਤੁਹਾਡੀ ਗਵਰਨੈਂਸ ਦੇ ਵਿੱਚ 1.5 ਸਾਲ ਤੁਸੀਂ ਘੇਸਲ ਵੱਟ ਕੇ ਬੈਠੇ ਰਹੋ ਵੀ ਅਸੀਂ ਉਹ ਮੱਥਾ ਟੇਕਿਆ ਵਾ ਸੌਦੇ ਸਾਧ। ਬਾਦਲ ਸਾਹਿਬ ਜਾ ਕੇ ਉੱਥੇ ਝੋਲੀ ਅੱਡ ਕੇ ਵੋਟਾਂ ਮੰਗਣ ਗਏ ਆ ਤੇ ਉਹ ਵੋਟਾਂ ਖਰਾਬ ਨਾ ਹੋ ਜਾਣ ਇਸ ਕਰਕੇ ਕਦੇ ਉਹਨੂੰ ਮਾਫੀ ਦੇਤੀ, ਫਿਲਮ ਚਲਾਉਣ ਕਰਕੇ ਉਦੋਂ ਥੈਂਕ ਯੂ ਡਾਕਟਰ ਸੰਧੂ। ਬਈ ਸਾਰਾ ਕੈਬਨਿਟ ਅਸਤੀਫਾ ਦੇਵੇ ਜਦੋਂ ਬੇਅਦਬੀਆਂ ਹੋਈਆਂ। ਇੱਕ ਜੀ ਕਿ ਮੈਨੂੰ 20 ਸਕਿੰਟ ਹੋਰ ਦੇ ਦਿਓ, ਕਿਉਂਕਿ ਮੈਂ ਆਪਦਾ ਟਾਈਮ ਦੇ ਦਿੱਤਾ ਸੀਗਾ ਕਲੇਰ ਸਾਹਿਬ ਨੂੰ। ਸੋ ਜਿਹੜੀਆਂ ਲੋਕਾਂ ਦੇ ਉਹ ਆਪਦੇ ਅੰਦਰ ਝਾਤੀ ਮਾਰੋ, ਇਹ ਸਾਰਿਆਂ ਨੂੰ ਹੀ ਪਤਾ ਹੈ ਬੇਲੀ ਹੈ ਉਹ। ਇਸ ਜਿਹੜਾ ਕਾਨੂੰਨ ਨਾਲ ਤੁਸੀਂ ਗੱਲਾਂ ਕਰਦੇ ਹੋ, ਉਹ ਜੱਜਮੈਂਟ ਜਿਹੜੀ ਹੈ ਨਾ, ਮੈਂ ਜੱਜ ਨੂੰ ਵੀ ਕਹਿਣਾ ਕਿ ਜੇ ਤੂੰ ਅਕਲ ਲਤੀਫ ਕਾਲੇ ਲਿਖਦਾ ਲੇਖ, ਆਪਣੇ ਸਿਰ ਗਿਰਬਾਨ में सिर नीवा कर देख। जजमेंट पढ़ो, वो जजमेंट बायस्ड है, वो जजमेंट एंटी सिख है, नंबर 1। ओके गुरु घर है सर, ਤੁਹਾਡਾ व्यू पॉइंट आ गया, गुरु घर है, ਤੁਸੀਂ ਆਪਣਾ ਸਮਾਂ ਵੀ ਲੈ ਲਿਆ। और जी थैंक यू। बेतुकी ਤੇ ਬਿਲਕੁਲ ਹੀ ਘਟੀਆ ਜਜਮੈਂਟ ਹੈ ਜਿਹਦੇ ਵਿੱਚ ਤੱਤ ਹੀ ਕੋਈ ਨਹੀਂਗਾ। ਕਿਸੇ ਕਹਿ ਸਕਦਾ ਕਿਸੇ ਸਰਕਾਰ ਨੂੰ ਕੋਈ ਜੱਜ ਕਿ ਤੁਸੀਂ ਜੀ ਫਲਾਨਾ ਬੰਦਾ ਜਿਹੜਾ ਸਿੱਟ 'ਚ ਨਹੀਂ ਰੱਖੋਗੇ, ਹੂ ਦਾ ਹੈਲ ਇਜ਼ ਜੀ। ਉਹ ਸਾਡੀ ਓਕੇ ਤੁਹਾਡਾ ਆਪਣਾ ਤਰਕ ਹੈ। ਥੈਂਕ ਯੂ ਡਾਕਟਰ ਸੰਧੂ, ਥੈਂਕ ਯੂ ਸਰ। ਤੁਹਾਡਾ ਆਪਣਾ ਤਰਕ ਹੈ, ਦੂਜੀਆਂ ਤਰ੍ਹਾਂ ਦੇ ਇਸ ਮੁੱਦੇ ਤੇ ਆਪਣਾ ਤਰਕ ਹੈ। ਥੈਂਕ ਯੂ ਡਾਕਟਰ ਸੰਧੂ, ਤੁਹਾਡੀ ਗੱਲ ਆ ਗਈ ਕਲੀਅਰ ਜੀ। ਮੈਂ ਇਸ ਮੁੱਦੇ ਤੇ ਗਰਗ ਸਾਹਿਬ ਤੋਂ ਵੀ ਕਮੈਂਟਸ ਲੈਣਾ ਚਾਹਾਂਗਾ, ਪਰ ਪਹਿਲਾਂ ਤੁਸੀਂ ਆਪਣੀ ਗੱਲ ਕਹਿ ਲਓ। ਤੁਸੀਂ ਕਹਿ ਰਹੇ ਸੀ ਆਪਣਾ ਕਮੈਂਟ ਦੇਣਾ ਚਾਹੁੰਦੇ ਇਸ ਮੁੱਦੇ ਤੇ, ਕਲੀਅਰ ਸਾਹਿਬ। ਵੈਸੇ ਤਾਂ ਦੇਖੋ ਸੰਧੂ ਸਾਹਿਬ ਬਹੁਤ ਸੂਝਵਾਨ ਨੇ ਜੀ। ਇਹ ਕਹਿੰਦੇ ਕਿ ਬਾਦਲ ਸਾਹਿਬ ਝੋਲੀ ਅੱਡ ਕੇ ਚਲੇ ਗਏ। 2012 ਦੇ ਵਿੱਚ ਮੁੱਖ ਮੰਤਰੀ ਆਪਦੇ ਸਾਰੇ ਕੈਂਡੀਡੇਟ ਲੈ ਕੇ ਡੇਰੇ ਦੇ ਵਿੱਚ ਹੈਲੀਕਾਪਟਰ ਨਾਲ ਉਤਰੇ ਸੀ, ਸ਼ਾਇਦ ਦੇਖਣਾ ਭੁੱਲ ਗਏ ਹੋਣੇ। ਔਰ ਦੂਸਰੀ ਵੱਡੀ ਗੱਲ, ਮੈਂ ਕੋਈ ਨਵਜੋਤ ਸਿੱਧੂ ਤੇ ਐਲੀਗੇਸ਼ਨ ਨਹੀਂ ਲਾ ਰਿਹਾ। ਨਵਜੋਤ ਸਿੱਧੂ ਤੇ ਐਲੀਗੇਸ਼ਨ ਕੌਣ ਲਾ ਰਹੇ? ਤੁਹਾਡੇ ਮੁੱਖ ਮੰਤਰੀ ਆਪ ਲਾ ਰਹੇ ਨੇ। ਤੁਹਾਡੇ ਮੁੱਖ ਮੰਤਰੀ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਜੀ ਨਵਜੋਤ ਸਿੱਧੂ ਪ੍ਰਧਾਨ ਬਣਨਾ ਚਾਹੁੰਦਾ, ਉਹਨੂੰ ਕਿਉਂ ਪ੍ਰਧਾਨ ਬਣਾਈਏ? ਜਾਖੜ ਵਧੀਆ ਕੰਮ ਕਰ ਰਹੇ ਨੇ। ਨਵਜੋਤ ਸਿੱਧੂ ਡਿਪਟੀ ਸੀਐਮ ਬਣਨਾ ਚਾਹੁੰਦਾ, ਕਿਉਂ ਬਣਾਈਏ? ਸਾਰੇ ਸੀਨੀਅਰ ਹੈ। ਸੋ ਇਲਜ਼ਾਮ ਅਸੀਂ ਨਹੀਂ ਲਾ ਰਹੇ, ਤੁਹਾਡੇ ਮੁੱਖ ਮੰਤਰੀ ਲਾ ਰਹੇ ਨੇ। ਤੁਸੀਂ ਹੁਣੇ ਵੱਡੀ ਗੱਲ,
ਹਾਈ ਕੋਰਟ ਦੇ ਵਿੱਚ ਜੋ ਵੀ ਹੋਇਆ, ਸੰਧੂ ਸਾਹਿਬ ਤੁਸੀਂ ਚੰਡੀਗੜ੍ਹ ਦੇ ਵਿੱਚ ਹੀ ਰਹਿੰਦੇ ਆ, ਅਗਰ ਤੁਹਾਨੂੰ ਇੰਨੀ ਪ੍ਰੋਬਲਮ ਆ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ, ਕਿਉਂਕਿ ਉਹ ਰਿਸਪੋਂਡੈਂਟ ਨੰਬਰ 3 ਹੈ। ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਜੇ ਐਡੀ ਇੰਟਰਨੈਸ਼ਨਲ ਜਾਂਚ ਹੈ, ਤੁਹਾਡੀ ਕਾਂਗਰਸ ਉਹਦੀ ਸਪੋਰਟ ਕਰਦੀ ਹੈ, ਤਾਂ ਕਿਉਂ ਨਹੀਂ ਉਹ ਰਿਸਪੋਂਡੈਂਟ ਨੰਬਰ 3 ਹੈ, ਸੁਪਰੀਮ ਕੋਰਟ ਜਾ ਕੇ ਅਪੀਲ ਕਰਦਾ ਕਿ ਮੇਰੀ ਜਾਂਚ ਸਹੀ ਹੈ? ਕਿਉਂ ਤੁਸੀਂ ਸਿੱਟ ਨਵੀਂ ਬਣਾਤੀ ਹਾਈ ਕੋਰਟ ਦੇ ਆਰਡਰਾਂ ਨੂੰ ਮੰਨ ਕੇ? ਸੋ ਸਵਾਲ ਤੁਹਾਡੀ ਸਰਕਾਰ ਤੇ ਵੱਡੇ ਨੇ, ਤੁਸੀਂ ਜਾਂਚ ਨਹੀਂ ਡਿਫੈਂਡ ਕਰ ਰਿਹਾ ਕੋਈ ਬੰਦਾ, ਤੁਸੀਂ ਹਾਈ ਕੋਰਟ ਦੀ ਜੱਜਮੈਂਟ ਮੰਨ ਚੁੱਕੇ ਹੋ ਔਰ ਸਿੱਟ ਬਣਾ ਚੁੱਕੇ ਹੋ, ਜਾਂ ਤੁਸੀਂ ਜਾਓ ਤੇ ਆਪਣੇ ਸੁਪਰੀਮ ਕੋਰਟ ਉਸ ਜਾਂਚ ਨੂੰ ਡਿਫੈਂਡ ਕਰੋ। ਕਲੇਸ਼ ਜੀ ਪਲੀਜ਼, ਜਿਹੜਾ ਇੱਕ ਸਵਾਲ ਜਿਹੜਾ ਜੋ ਡਾਕਟਰ ਸੰਧੂ ਨੇ ਕਿਹਾ, ਉਹਨਾਂ ਨੇ ਕਿਹਾ ਕਿ 1.5 ਸਾਲ ਅਕਾਲੀ ਦਲ ਦੇ ਸਮੇਂ ਜੋ ਕੁਝ ਵਾਪਰਿਆ, ਆਪਣਾ ਕੀ ਨਤੀਜਾ ਸੀ ਉਸ ਵੇਲੇ ਦਾ, ਉਹ ਵੀ ਸਵਾਲ ਉੱਠ ਰਹੇ ਆ ਅਕਾਲੀ ਦਲ ਤੇ। ਸੰਖੇਪ ਦੇ ਵਿੱਚ ਮੈਂ ਦੱਸਦਾ ਜੀ ਜਗਤਾਰ ਜੀ, ਦੇਖੋ ਦੋ ਮਸਲੇ ਨੇ। ਬੇਅਦਬੀਆਂ ਦੀ ਜਾਂਚ ਪੰਜਾਬ ਸਰਕਾਰ ਕੋਲੇ ਉਸ ਟਾਈਮ 2 ਮਹੀਨੇ ਰਹੀ ਹੈ। ਮੁੱਖ ਮੰਤਰੀ ਜਿਹੜੇ ਅੱਜ ਕੈਪਟਨ ਅਮਰਿੰਦਰ ਸਿੰਘ ਹੈ, ਬਾਜਵਾ ਸਾਹਿਬ, ਰਾਹੁਲ ਗਾਂਧੀ ਤੇ ਛੋਟੇਪੁਰ, ਇਹਨਾਂ ਦੇ ਕਹਿਣ ਤੇ ਜਾਂਚ CBI ਨੂੰ ਗਈ ਹੈ 2 ਮਹੀਨਿਆਂ ਬਾਅਦ, ਔਨ ਰਿਕਾਰਡ ਹੈ। ਗੋਲੀ ਕਾਂਡ ਦੀ ਜਾਂਚ 9 ਮਹੀਨੇ ਰਹੀ ਹੈ, ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਗਿਆ। ਠੀਕ ਹੈ, ਅਸੀਂ ਇਹਨਾਂ ਵਾਂਗੂ ਸਿਆਸਤ ਨਹੀਂ ਕੀਤੀ, ਸਿਆਸੀ ਤੌਰ ਤੇ ਕਿਸੇ ਨੂੰ ਫਸਾਇਆ ਨਹੀਂ, ਪਰ ਗੱਲ ਇਹ ਹੈ ਕਿ 4.5 ਸਾਲ 'ਚ ਇਹਨਾਂ ਨੇ ਕੀ ਕੀਤਾ? 2 ਜਾਂਚਾਂ ਸੀ। ਬੇਅਦਬੀ ਦੀ ਜਾਂਚ CBI ਤੋਂ ਵਾਪਸ ਆਈ, ਹਾਈ ਕੋਰਟ ਨੇ ਇਹਨਾਂ ਦੀ ਸਿੱਟ ਰੱਦ ਕਰਤੀ ਜਨਵਰੀ ਦੇ ਵਿੱਚ। ਕੋਟਕਪੂਰਾ ਜਾਂਚ ਹਾਈ ਕੋਰਟ ਨੇ ਰੱਦ ਕਰਤੀ। ਬਹਿਬਲ ਕਲਾਂ ਦੇ ਵਿੱਚ ਇਹਨਾਂ ਨੇ ਕਿਸੇ ਤਰੀਕੇ ਡੇਟ ਲੈ ਲਈ ਕਹਿ ਕੇ ਕਿ ਜੀ ਸਾਡੇ ਵਕੀਲ ਨੂੰ ਕਰੋਨਾ ਹੈ। ਸੋ ਅੱਜ ਸਵਾਲ ਪੰਜਾਬ ਸਰਕਾਰ ਤੇ ਮੌਜੂਦਾ ਤੇ, ਸਾਡੀ ਜੇ ਕੋਈ ਕਾਰਗੁਜ਼ਾਰੀ ਖਾਮੀ ਸੀ, ਲੋਕਾਂ ਨੇ ਸਜ਼ਾ ਦਿੱਤੀ, ਅੱਜ 14 MLA ਤੇ ਬੈਠੇ ਆ, ਪਰ ਗੱਲ ਇਹਨਾਂ ਨੇ ਦੱਸੀ 4.5 ਸਾਲ 'ਚ ਇਹਨਾਂ ਨੇ ਕੀ ਕੀਤਾ। ਓਕੇ, ਥੈਂਕ ਯੂ ਕਲੇਸ਼ ਸਾਹਿਬ। ਨੀਲ ਗਰਗ ਜੀ, ਇਸ ਮੁੱਦੇ ਤੇ ਬ੍ਰੇਕ ਤੋਂ ਪਹਿਲਾਂ ਡਾਕਟਰ ਸੰਧੂ ਇਹ ਕਹਿ ਰਹੇ ਸੀ ਕਿ ਆਪਾਂ ਨਵਜੋਤ ਸਿੱਧੂ ਬਾਰੇ ਤਾਂ ਬੋਲ ਰਹੇ ਹਾਂ ਕਿ ਨਵਜੋਤ ਸਿੱਧੂ ਨੇ ਅਮਲੀ ਤੌਰ ਤੇ ਕੀ ਕੀਤਾ, ਬਿਆਨਬਾਜ਼ੀ ਕਰਦੇ ਹੈ। ਉਹ ਕਹਿੰਦੇ ਆਪਦੇ ਪ੍ਰਧਾਨ ਭਗਵੰਤ ਮਾਨ ਦੀ ਗੱਲ ਕਰ ਲਈਏ, ਦੂਜਿਆਂ ਦੀ ਗੱਲ ਕਰ ਲਈਏ, ਉਹ ਵੀ ਤਾਂ ਬਿਆਨਬਾਜ਼ੀ ਕਰ ਰਹੇ ਹੈ, ਉਹਨਾਂ ਨੇ ਵੀ ਅਮਲੀ ਤੌਰ ਤੇ ਕੀ ਕੀਤਾ। ਸਿੱਧੂ ਸਾਹਿਬ, ਭਗਵੰਤ ਮਾਨ ਨੇ ਕੀ ਕੀਤਾ ਕੀ ਨਹੀਂ ਕੀਤਾ, ਇਹ ਸਾਰੀ ਦੁਨੀਆ ਜਾਣਦੀ ਹੈਗੀ ਔਰ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੈਗਾ। ਜਦੋਂ ਅਸੀਂ ਗੱਲ ਨਵਜੋਤ ਸਿੰਘ ਸਿੱਧੂ ਦੀ ਕਰਦੇ ਹੈਗੇ ਆ ਕਿ ਨਵਜੋਤ ਸਿੰਘ ਸਿੱਧੂ ਜੇਕਰ ਵਾਕਿਆ ਹੀ ਉਹ ਦਿਲੋਂ ਚਾਹੁੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਦੀ ਬੇਅਦਬੀ ਕੀਤੀ, ਜਿਨ੍ਹਾਂ ਲੋਕਾਂ ਨੇ 2 ਨੌਜਵਾਨਾਂ ਨੂੰ ਸ਼ਹੀਦ ਕੀਤਾ, ਜੋ ਉਸ ਦੇ ਲਈ ਰਿਸਪੌਂਸੀਬਲ ਹੈਗੇ ਸੀ, ਜੇ ਉਹਨਾਂ ਨੂੰ ਸਜ਼ਾ ਦਿਵਾਉਣੀ ਉਹ ਚਾਹੁੰਦੇ ਹੈ ਔਰ ਵਾਕਈ ਚਾਹੁੰਦੇ ਹੈ, ਤਾਂ ਉਹਦੇ ਲਈ ਉਹਨਾਂ ਨੇ ਇਸ ਤਰ੍ਹਾਂ ਦਾ ਕੀ ਕੰਮ ਕੀਤਾ ਲੌਜੀਕਲੀ, ਜਿਸ ਦੇ ਨਾਲ ਕਿ ਜਿਹੜੀ ਇਹ ਜਾਂਚ ਸੀ ਉੱਥੇ ਪਹੁੰਚਦੀ। ਹੁਣ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਸਥਿਤੀ ਕਿਉਂ ਬਣੀ ਹੋਈ ਹੈ? ਲੋਕ ਕਿਉਂ ਕਹਿੰਦੇ ਹੈ, ਸੱਥਾਂ ਦੇ ਵਿੱਚ ਕਿਉਂ ਕਹਿੰਦੇ, ਜਿਹੜੀ ਗੱਲ ਅੱਜ ਜਾਨੀ ਕਿ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਹੈਗੇ ਹੈ ਕਿ ਜਿਹੜੀ ਸਰਕਾਰ MLA ਭਾਵੇਂ ਕਾਂਗਰਸ ਦੇ ਜਿੱਤੇ ਹੋਏ ਨੇ, ਪਰ ਅੱਜ ਇਹ ਸਰਕਾਰ ਕਾਂਗਰਸ ਦੀ ਨਹੀਂ ਹੈਗੀ, ਇਹ ਬਾਦਲਾਂ ਦੀ ਸਰਕਾਰ ਹੈ। ਉਹ ਇਸ ਕਰਕੇ ਕਹਿੰਦੇ ਨੇ, ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਦੇ ਖਿਲਾਫ ਜਿਹੜਾ ਹਾਈ ਕੋਰਟ ਫੈਸਲਾ ਦਿੰਦੀ ਹੈ, ਤਾਂ ਕੈਪਟਨ ਸਾਹਿਬ ਬਜਾਏ ਇਸ ਦੇ, ਜਾਂ ਉਹਨਾਂ ਦਾ ਜਿਹੜਾ ਐਡਵੋਕੇਟ ਜਨਰਲ ਹੈ, ਉਹ ਤੇ ਖੈਰ ਜਿੱਦਾਂ ਕੁੰਵਰ ਵਿਜੇ ਪ੍ਰਤਾਪ ਨੇ ਵੀ ਆਖਿਆ, ਉਹ ਤਾਂ ਕਦੇ ਅਪੀਲ ਹੋਇਆ ਹੀ ਨਹੀਂ, ਜਿਹਨੂੰ ਕਿ ਕਰੋੜਾਂ ਰੁਪਈਆ ਜਿਹੜਾ ਹੈਗਾ ਟੈਕਸਪੇਅਰ ਦੀ ਜੇਬ ਚੋਂ ਦਿੱਤਾ ਜਾਂਦਾ, ਜਿਹਨੇ ਕਿ ਪੰਜਾਬ ਸਰਕਾਰ ਨੂੰ ਡਿਫੈਂਡ ਕਰਨਾ ਹੁੰਦਾ ਆ। ਉਸ ਤੋਂ ਬਾਅਦ ਇਹਨਾਂ ਨੇ ਨਾ ਇਹ ਡਬਲ ਬੈਂਚ ਕੋਲੇ ਗਏ, ਨਾ ਇਹ ਸੁਪਰੀਮ ਕੋਰਟ ਕੋਲੇ ਗਏ, ਜਿਵੇਂ ਕਲੇਰ ਸਾਹਿਬ ਵੀ ਕਹਿ ਰਹੇ ਹੈਗੇ ਆ, ਸਿੱਧਾ ਇਹਨਾਂ ਨੇ ਮੰਨ ਲਿਆ ਹਾਈ ਕੋਰਟ ਦਾ ਕਿ ਅਸੀਂ ਨਵੀਂ ਸਿੱਟ ਬਣਾਤੀ, ਉਹਦਾ ਟਾਈਮ ਵੀ 6 ਮਹੀਨੇ ਦੇਤਾ, ਔਰ ਅਸੀਂ ਸਾਰੇ ਜਾਣਦੇ ਹੈਗੇ ਅਗਲੇ 4-5 ਮਹੀਨਿਆਂ ਤੱਕ ਜਿਹੜਾ ਹੈਗਾ ਕੋਡ ਆਫ ਕੰਡਕਟ ਲੱਗ ਜਾਣਾ, ਤਾਂ ਕਹਿਣ ਦਾ ਮਤਲਬ ਹੈਗਾ ਨਤੀਜਾ 0 ਰਹੇਗਾ। ਲੇਕਿਨ ਇੱਥੇ ਸਵਾਲ ਅਕਾਲੀ ਦਲ ਤੇ ਵੀ ਉੱਠਦੇ ਨੇ। ਅੱਜ ਅਕਾਲੀ ਦਲ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਸਿੱਟ ਸੀ ਉਹ ਰੱਦ ਜਦੋਂ ਹੁੰਦੀ ਹੈ ਹਾਈ ਕੋਰਟ ਦੇ ਵਿੱਚ, ਜਸ਼ਨ ਕਿਸ ਚੀਜ਼ ਦਾ ਬਣਾ ਰਿਹਾ ਹੈ? ਅਕਾਲੀ ਦਲ ਇਹ ਤਾਂ ਦੱਸੇ ਨਾ ਕਿ ਉਸ ਸਮੇਂ ਤੇ ਬੇਅਦਬੀ ਨਹੀਂ ਹੋਈ, ਜੇਕਰ ਬੇਅਦਬੀ ਹੋਈ ਤਾਂ ਕੀ ਅੱਜ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ? 1.5 ਸਾਲ ਇਹਨਾਂ ਦੀ ਸਰਕਾਰ, ਉਸ 1.5 ਸਾਲ ਦੇ ਦਰਮਿਆਨ ਇਹਨਾਂ ਨੇ ਕੀ ਕੀਤਾ? ਬੁਰਜ ਜਵਾਰ ਜਦੋਂ ਗੁਰੂ ਦੀਆਂ ਜਿਹੜੀਆਂ ਪੀੜਾਂ ਉਹ ਚੋਰੀ ਹੁੰਦੀਆਂ ਨੇ, ਉਸ ਤੋਂ ਲੈ ਕੇ 1.5 ਸਾਲ ਤੱਕ ਇਹਨਾਂ ਦੀ ਸਰਕਾਰ ਰਹਿੰਦੀ ਹੈ। ਡੱਕਾ ਤੋੜ ਕੇ ਇਹਨਾਂ ਨੇ ਦੂਰਾ ਨਹੀਂ ਕੀਤਾ। ਇਹਨਾਂ ਨੇ ਪਹਿਲਾਂ ਇਕਬਾਲ ਸਿੰਘ ਸਹੋਤਾ ਦੀ ਸਿੱਟ ਬਣਾਈ, ਉਸ ਤੋਂ ਰਣਬੀਰ ਸਿੰਘ ਖੱਟੜਾ ਦੀ ਸਿੱਟ ਬਣਦੀ ਹੈ, ਜੋਰਾ ਸਿੰਘ ਕਮਿਸ਼ਨ, ਜੋਰਾ ਸਿੰਘ ਜੀ, ਸੰਧੂ ਸਾਹਿਬ ਪਤਾ ਸਾਰਿਆਂ ਨੂੰ, ਜਿਹੜੀ ਗੱਲਾਂ ਤੁਸੀਂ ਕਹਿੰਦੇ ਸੰਧੂ ਸਾਹਿਬ ਪਤਾ ਤੇ ਉਹ ਵੀ ਹੈਗਾ। ਮੈਂ ਬੰਦ ਕਰ ਦੇਣਾ ਸਰ ਜੇ ਤੁਹਾਨੂੰ ਇੰਨੀ ਪ੍ਰੋਬਲਮ ਹੈ। ਫਿਰ ਇੰਨੀ ਲੰਮੀ ਕਾਹਦੇ ਵਾਸਤੇ ਕਰਨੀ ਵੀਰੇ? ਨਹੀਂ ਪਰ ਸੰਧੂ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਸਾਰਿਆਂ ਨੂੰ ਉਹ ਵੀ ਪਤਾ ਹੈਗਾ, ਉਹ ਗੱਲਾਂ ਇਹ ਨਹੀਂ ਹੈ ਕਿ ਨਹੀਂ ਪਤਾ ਹੈਗੀਆਂ। ਲੈਟ ਅਸ ਡੂ ਦਿਸ। ਉਸ ਤੋਂ ਬਾਅਦ ਨਹੀਂ ਸਿੱਧੂ ਸਾਹਿਬ ਉਸ ਤੋਂ ਬਾਅਦ ਇਹਨਾਂ ਨੇ ਜੋਰਾ ਸਿੰਘ ਕਮਿਸ਼ਨ ਬਣਾਇਆ, ਉਹਦੀ ਰਿਪੋਰਟ ਤੱਕ ਲੈਣ ਨਹੀਂ ਜਾਂਦੇ। ਹੁਣ 182 ਪੁਲਿਸ ਮੁਲਾਜ਼ਮ ਕਿਸ ਦੇ ਆਰਡਰ ਦੇ ਉੱਤੇ ਲੁਧਿਆਣੇ ਤੋਂ ਕੋਟਕਪੂਰਾ ਆ ਜਾਂਦੇ ਨੇ, ਜਿੱਥੇ ਗੋਲੀ ਚੱਲਦੀ ਹੈਗੀ ਹੈ,
ਕਿ ਇਸ ਦੀ ਜਾਂਚ ਅਕਾਲੀ ਦਲ ਦੀ ਸਰਕਾਰ ਨਹੀਂ ਕਰ ਸਕਦੀ ਸੀ? ਇਹ ਜਾਂਚ ਕਰਨੀ ਕਿੰਨੀ ਔਖੀ ਹੈਗੀ ਹੈ? ਪੁਲਿਸ ਦੀ ਜਿਹੜੀ ਮੂਵਮੈਂਟ ਹੈਗੀ ਹੈ ਬਿਨਾਂ ਆਰਡਰ ਤੋਂ ਕਿਵੇਂ ਹੋ ਜਾਂਦੀ ਹੈਗੀ ਹੈ? ਇਸ ਕਰਕੇ ਉਹਦੇ ਵਿੱਚ ਕੌਣ ਇਨਵੋਲਵ ਹੈਗਾ? ਕਿਸੇ ਦੇ ਆਰਡਰ ਦੇ ਉੱਤੇ ਗੋਲੀ ਚੱਲਦੀ ਹੈਗੀ ਹੈ, ਫਿਰ ਉਸ ਤੋਂ ਬਾਅਦ ਜਦੋਂ ਸਰਕਾਰ ਬਦਲਦੀ, ਸੁਰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪਸੰਦ ਨਹੀਂ ਇਹਨਾਂ ਨੂੰ, ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਪਸੰਦ ਨਹੀਂ ਇਹਨਾਂ ਨੂੰ, ਜੋਰਾ ਸਿੰਘ ਦੀ ਰਿਪੋਰਟ ਪਸੰਦ ਨਹੀਂ ਇਹਨਾਂ ਨੂੰ, ਕੋਈ ਏ ਪਸੰਦ ਨਹੀਂ ਇਹਨਾਂ ਨੂੰ, ਬੀ ਜਿਹੜੀ ਪਸੰਦ ਨਹੀਂ। ਸੋ ਇਹਦਾ ਘੱਟੋ ਘੱਟ ਇਹ ਤਾਂ ਦੱਸ ਦਿਓ ਕਲੇਰ ਸਾਹਿਬ ਕਿ ਤੁਸੀਂ ਮੰਨਦੇ ਹੋ ਬੇਅਦਬੀ ਤਾਂ ਹੋਈ ਹੈ ਨਾ? ਵੀ ਜੇ ਬੇਅਦਬੀ ਹੋਈ ਹੈ, ਜਦੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਹੀ ਨਹੀਂ ਹਾਲੇ ਤੱਕ ਮਿਲੀ, ਅਸੀਂ ਜਸ਼ਨ ਕਿਸ ਚੀਜ਼ ਦਾ ਬਣਾ ਰਹੇ ਹਾਂ? ਤੁਹਾਡਾ ਮਤਲਬ ਸਿਰਫ ਇਹ ਸੀ ਕਿ ਕੁਮਰ ਵਿਜੇ ਪ੍ਰਤਾਪ ਦੀ ਸਿਰਫ ਰਿਟ ਜਿਹੜੀ ਹੈ ਉਹ ਚੈੱਕ ਹੋ ਜਾਂਦੀ ਹੈ। ਥੈਂਕ ਯੂ ਗਰਗ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਸੰਧੂ ਸਾਹਿਬ। ਡਾਕਟਰ ਸੰਧੂ ਕਲੇਰ ਜੀ ਵੀ ਇੰਤਜ਼ਾਰ ਕਰ ਰਹੇ ਆ। ਡਾਕਟਰ ਸੰਧੂ ਪਹਿਲਾਂ ਤੁਸੀਂ ਇਸ ਮੁੱਦੇ ਤੇ ਆਪਣੀ ਗੱਲ ਕਹੋ। ਖਾਸ ਤੌਰ ਤੇ ਨੀਲ ਗਰਗ ਉਹਨਾਂ ਦਾ ਕਹਿਣਾ ਕਿ ਤਾਂ ਪੰਜਾਬ ਦੀਆਂ ਸੱਥਾਂ 'ਚ ਗੱਲਾਂ ਹੋ ਰਹੀਆਂ ਜਦੋਂ ਗੱਲ ਕਰ ਰਿਹਾ ਬਾਦਲ ਤੇ ਕੈਪਟਨ ਜਿਹੜੇ ਹੈਗੀ ਹੈ ਮਿਲੀ ਭੁਗਤ ਦੀਆਂ ਗੱਲਾਂ ਕਰਦੇ ਆ। ਜਵਾਬਦੇਹੀ ਤਾਂ ਸਰਕਾਰ ਦੀ ਬਣਦੀ ਹੈ ਇਸ ਮੁੱਦੇ ਤੇ। ਉਹ ਕਹਿੰਦੇ ਸਿਰਫ ਇਹ ਬਿਆਨਬਾਜ਼ੀ ਨਹੀਂ ਹੈ। ਦੇਖੋ ਜੀ, ਇਹਨਾਂ ਦੀ ਇਹ ਅਜ਼ੰਪਸ਼ਨ ਕਿ ਹਰ ਇੱਕ ਬੰਦਾ ਜਿਹੜਾ ਹੈ ਉਹ ਨਿੱਜੀ ਫਾਇਦਾ ਚਾਹੁੰਦਾ ਹਰ ਗੱਲ ਦੇ ਵਿੱਚ, ਉਹ ਇਹ ਬਿਲਕੁਲ ਗਲਤ ਹੈ। ਨਵਜੋਤ ਸਿੰਘ ਸਿੱਧੂ ਨੇ ਜੇ ਟਵੀਟ ਕੀਤਾ ਜਾਂ ਉਹਨੇ ਇਹ ਮੁੱਦਾ ਚੱਕਿਆ, ਕਦੋਂ ਚੱਕਿਆ? ਜਦੋਂ ਸਾਡੀ ਸਿੱਟ ਰਿਜੈਕਟ ਹੋਈ, ਜਦੋਂ ਸਾਡੀ ਸਿੱਟ ਜੀ ਹੈ ਜੱਜ ਨੇ ਜਿਹੜਾ ਉਹ ਪਤਾ ਨਹੀਂ ਰੱਬ ਬਣ ਕੇ ਬੈਠ ਗਿਆ ਕਿ ਮੈਂ ਜੋ ਕਹਿਤਾ ਬਸ ਮੈਨੂੰ ਪਤਾ ਸਾਰਾ ਕੁਝ, ਮੈਂ ਇਹਦੇ 'ਚੋਂ ਸਾਰਾ ਘੋਖ ਲਿਆ, ਆਹ ਵੀ ਗਲਤ, ਉਹ ਵੀ ਗਲਤ, ਇਹ ਵੀ ਗਲਤ, ਤੇ ਇਹ ਲਾਗੇ ਲੱਡੂ ਵੰਡਣ। ਗੱਲ ਤਾਂ ਇਹ ਹੈ ਬਈ ਮੁੱਦਾ ਕੀ ਹੈ? ਮੁੱਦਾ ਕੋਈ ਫਾਈਨੈਂਸ਼ੀਅਲ ਨਹੀਂ, ਮੁੱਦਾ ਕੋਈ ਹੈਲਥ ਦਾ ਨਹੀਂ, ਮੁੱਦਾ ਕੋਈ ਐਜੂਕੇਸ਼ਨ ਦਾ ਨਹੀਂ, ਸਿੱਖ ਦੀ ਹੋਂਦ ਦਾ ਮੁੱਦਾ ਹੈ, ਸਿੱਖ ਦੇ ਗੁਰੂ ਦੇ ਸਾਡੇ ਬਾਪ ਦੀ ਬੇਅਦਬੀ ਦਾ ਮੁੱਦਾ ਹੈ। ਇਸ ਤੋਂ ਉੱਤੇ ਕੋਈ ਮੁੱਦਾ ਹੈ ਨਹੀਂ, ਹੋ ਵੀ ਨਹੀਂ ਸਕਦਾ। ਉਹ ਮੁੱਦਾ 1.5 ਸਾਲ ਇਹਨਾਂ ਨੇ ਲਟਕਾਇਆ, 4 ਸਾਲ ਸਾਡੇ ਵਾਲਿਆਂ ਨੇ ਲਟਕਾਇਆ, 5.5 ਸਾਲ ਸਾਡੇ ਵਾਲਿਆਂ ਨੇ ਲਟਕਾਇਆ, ਇਸ ਕਰਕੇ ਕਿ ਸਿੱਟ ਦੀ ਰਿਪੋਰਟ ਜਦੋਂ ਪੇਸ਼ ਹੋਈ ਔਰ ਰਿਜੈਕਟ ਹੋਈ, ਐਕਸ਼ਨ ਉਸ ਤੋਂ ਬਾਅਦ ਬਣਦਾ ਸੀ। ਹਾਂ, ਐਕਸ਼ਨ ਇਹ ਜ਼ਰੂਰ ਬਣਦਾ ਸੀਗਾ ਕਿ ਉਹ ਸਿੱਟ ਨੂੰ ਸਪੀਡ ਅਪ ਕਰਕੇ ਔਰ ਉਹਨੂੰ ਛੇਤੀ ਜੋ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਅਸੀਂ ਜਲਦੀ ਤੋਂ ਜਲਦੀ ਲਿਆ ਕੇ ਸਾਹਮਣੇ ਕਰਾਂਗੇ, ਉਦੋਂ ਕੈਪਟਨ ਸਾਹਿਬ ਨੇ ਪਬਲਿਕ ਦੇ ਵਿੱਚ ਕਈ ਵਾਰੀ ਕਿਹਾ ਵੀ ਮੈਨੂੰ ਪਤਾ ਇਹਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਆ, ਤੁਸੀਂ ਨਹੀਂ, ਮੈਂ ਉਹਨੂੰ ਫੜ ਕੇ ਅੰਦਰ ਕਰੂੰਗਾ। ਦੇਖੋ, ਜਾਂ ਪਬਲਿਕ ਦੇ ਵਿੱਚ ਇਹੋ ਜਿਹੀ ਸਟੇਟਮੈਂਟ ਦੇਣੀਆਂ ਨਹੀਂ ਚਾਹੀਦੀਆਂ। ਜੇ ਪਤਾ ਹੀ ਆ ਸਾਰਾ ਕੁਝ ਤਾਂ ਫਿਰ 4 ਸਾਲ ਵੇਸਟ ਵੀ ਨਹੀਂ ਕਰਨੇ ਚਾਹੀਦੇ, ਕਿਉਂਕਿ ਇਹ ਮੁੱਦਾ ਇਲੈਕਸ਼ਨ ਦਾ ਜਾਂ ਵੋਟ ਬੈਂਕ ਦਾ ਮੁੱਦਾ ਨਹੀਂ ਹੈ, ਇਹ ਵੋਟਾਂ ਖਿੱਚਣ ਦਾ ਮੁੱਦਾ ਨਹੀਂ ਹੈ। ਡਾਕਟਰ ਸੰਧੂ ਇੱਕ ਸਵਾਲ, ਦੁਨੀਆ ਦੇ ਸਿੱਖ ਬਿਲਕੁਲ ਹਾਂਜੀ ਜੀ ਡਾਕਟਰ ਸੰਧੂ ਬਿਲਕੁਲ ਤੁਹਾਡੇ ਸੈਂਟੀਮੈਂਟਸ, ਤੁਹਾਡਾ ਇਸ ਮੁੱਦੇ ਤੇ ਵਿਚਾਰ ਵੀ ਆ ਗਿਆ। ਔਰ ਜਿਹੜੀ ਗਰਗ ਸਾਹਿਬ ਨੇ ਗੱਲ ਕੀਤੀ ਹੈ ਉਹ ਗੱਲ ਉਹਨਾਂ ਨੇ ਉਹੀ ਕੀਤੀ ਹੈ ਜਿਹੜੀ ਨਵਜੋਤ ਸਿੱਧੂ ਨੇ ਕੀਤੀ ਹੈ। ਆਖਿਰ ਇਹ ਗੱਲ ਜਿਹੜਾ ਹੈਗਾ ਕਾਂਗਰਸ ਦੇ ਅੰਦਰ ਕਿਉਂ ਉੱਠ ਰਹੀ ਹੈ ਕਿ ਕਾਂਗਰਸ ਦੇ ਐਮਐਲਏ ਜਾਂ ਕਾਂਗਰਸ ਦੇ ਮੰਤਰੀ ਇਹ ਮਹਿਸੂਸ ਕਰਦੇ ਹੈ ਕਿ ਅੱਜ ਬਾਦਲਾਂ ਦੀ ਸੁਣਵਾਈ ਹੁੰਦੀ ਹੈ, ਪੰਜਾਬ ਦੇ ਵਿੱਚ ਕਾਂਗਰਸ ਦੀ ਸੁਣਵਾਈ ਨਹੀਂ ਹੁੰਦੀ, ਕਾਂਗਰਸ ਦੇ ਵਿਧਾਇਕਾਂ ਦੀ ਸੁਣਵਾਈ ਨਹੀਂ, ਨਾ ਕੋਈ ਸੰਤਰੀ ਸੁਣਦਾ, ਨਾ ਕੋਈ ਮੰਤਰੀ ਸੁਣਦਾ, ਨਾ ਕੋਈ ਜਿਹੜੇ ਹੈਗੇ ਆ ਹੋਰ ਹੇਠਲੇ ਜਿਹੜੇ ਅਧਿਕਾਰੀ ਆ ਉਹ ਸੁਣਦੇ ਆ। ਇਹ ਸਵਾਲ ਕਿਉਂ ਉੱਠਿਆ ਇਸ ਗੱਲ ਦਾ ਕੈਪਟਨ ਅਮਰਿੰਦਰ ਦੇ ਆਖਰੀ ਸਾਲ ਦੇ ਵਿੱਚ ਜਾ ਕੇ? ਦੇਖੋ ਜੀ, ਇਹ ਗਲਤ ਗੱਲ ਆ ਵੀ ਉਹਨਾਂ ਦੇ ਆਖਰੀ ਸਾਲ 'ਚ ਇਹ ਸਵਾਲ ਉੱਠਿਆ। ਇਹ ਸਵਾਲ ਸਰਕਾਰ ਦੇ ਤਾਕਤ 'ਚ ਆਉਣ ਤੋਂ 7-8 ਮਹੀਨਿਆਂ ਬਾਅਦ ਹੀ ਸ਼ੁਰੂ ਹੋ ਗਏ ਸੀ ਕਿ ਜਦੋਂ ਸਾਡੇ ਨੁਮਾਇੰਦੇ ਜਾਂਦੇ ਸੀਗੇ ਕਿਸੇ ਅਫਸਰ ਕੋਲੇ ਜਾਂ ਡਿਸਟ੍ਰਿਕਟ ਲੈਵਲ ਤੇ ਐਡਮਿਨਿਸਟ੍ਰੇਟਰ ਕੋਲੇ ਜਾਂ ਪੁਲਿਸ ਕੋਲੇ, ਉਹਨਾਂ ਦੀ ਸੁਣਵਾਈ ਉਸ ਢੰਗ ਨਾਲ ਨਹੀਂ ਸੀ ਕੀਤੀ ਜਾਂਦੀ। ਔਰ ਇਹਦਾ ਜਿਹੜਾ ਹੈਗਾ ਪ੍ਰੋਟੈਸਟ ਧੀਮਾਨ ਤੋਂ ਲੈ ਕੇ ਬੜੇ ਲੋਕਾਂ ਨੇ ਉਦੋਂ ਵੀ ਕੀਤਾ ਸੀ, ਉਸ ਤੋਂ ਬਾਅਦ ਵੀ ਲਗਾਤਾਰ ਹੁੰਦਾ ਰਿਹਾ ਹੈ, ਕਿਉਂਕਿ ਕਈ ਜਗ੍ਹਾ ਤੇ ਹੋਏ ਨੇ ਇਹ ਵਾਕਿਆ ਜਿੱਥੇ, ਕਿਉਂਕਿ ਦੇਖੋ ਇੱਕ ਚੀਜ਼ ਦੀ ਮਹਾਰਤਾ ਜਿਹੜੀ ਹੈ ਉਹ ਬੀਜੇਪੀ ਤੇ ਅਕਾਲੀ ਦਲ ਬੜੀ ਸੀ ਕਿ ਲੋਕਾਂ ਨੂੰ ਕਰਪਟ ਕਿਵੇਂ ਕੀਤਾ ਜਾ ਸਕਦਾ ਹੈ ਔਰ ਲੋਕਾਂ ਨੂੰ ਕਿਵੇਂ ਖਰੀਦਿਆ ਜਾ ਸਕਦਾ ਹੈ, ਔਰ ਉਹ ਖਰੀਦ ਕੇ ਏਡੇ ਪੱਕੇ ਕੀਤੇ ਹੋਏ ਹੈ ਕਿ ਅਫਸਰ ਜਿਹੜੇ ਹੈ ਉਹ ਅੱਜ ਵੀ ਦੁਆ ਸਲਾਮ ਜਿਹੜੀ ਹੈ ਉਧਰ ਝਾਕ ਕੇ ਕਰਦੇ, ਜਿੱਧਰੋਂ ਉਹਨਾਂ ਨੂੰ ਆਪਣੇ ਫਾਰਮ ਹਾਊਸ ਮਿਲੇ ਆ, ਜਿੱਧਰੋਂ ਫਾਰਮ ਹਾਊਸ ਮਿਲੇ, ਜਿਨ੍ਹਾਂ ਤੋਂ ਤੁਹਾਡਾ ਨਾਇਬ ਤਹਿਸੀਲਦਾਰ ਧੂਤ ਵਰਗੇ ਅਰਬਾਂਪਤੀ ਬਣੇ ਆ। ਇਹ ਝਾਕ ਜਿਹੜੀ ਹੈ ਇਹ ਵਫਾਦਾਰੀ ਪੈਸੇ ਦੀ ਹੈ। ਇਹ ਬਿਲਕੁਲ ਸਹੀ ਹੈ ਕਿ ਕਾਂਗਰਸ ਦੇ ਨਾਲੋਂ, ਸੁਣੋ ਜੀ ਇੱਕ ਮਿੰਟ, ਕਾਂਗਰਸ ਦੇ ਨੁਮਾਇੰਦਿਆਂ ਨਾਲੋਂ ਅਕਾਲੀਆਂ ਦੇ ਨੁਮਾਇੰਦਿਆਂ ਦੀ ਜ਼ਿਆਦਾ ਸੁਣੀ ਗਈ ਹੈ ਬਹੁਤ ਜਗ੍ਹਾ ਤੇ ਸਾਰੀ। ਮੈਂ ਨਹੀਂ ਕਹਿੰਦਾ ਹੋਵੇ ਕਦੇ। ਡਾਕਟਰ ਸੰਧੂ ਬਿਲਕੁਲ, ਡਾਕਟਰ ਸੰਧੂ ਤੁਸੀਂ ਅਹਿਮ ਗੱਲ ਕਹਿ ਰਹੇ ਹੋ, ਡਾਕਟਰ ਸੰਧੂ ਅਹਿਮ ਗੱਲ ਕਹਿ ਰਹੇ ਹੋ। ਮੈਂ ਅੱਗੇ ਜਿਹੜਾ ਸਵਾਲ ਵੀ ਲੈਣਾ ਪਰ ਇੱਕ ਜਵਾਬ ਜ਼ਰੂਰ ਤੁਹਾਡੇ ਕੋਲੋਂ ਚਾਹਾਂਗਾ। ਜਦੋਂ ਕਾਂਗਰਸ ਦੇ ਐਮਐਲਏ ਜਾਂ ਲੋਕ ਇਹ ਕਹਿ ਰਹੇ ਹੈ ਕਿ ਅਕਾਲੀਆਂ ਦੀ ਜ਼ਿਆਦਾ ਸੁਣਵਾਈ ਹੋ ਰਹੀ ਹੈ ਤਾਂ ਇਹਦੇ ਲਈ ਅਕਾਲੀ ਦਲ ਤਾਂ ਜ਼ਿੰਮੇਵਾਰ ਨਹੀਂ ਨਾ ਜੀ, ਜ਼ਿੰਮੇਵਾਰ ਤਾਂ ਕੈਪਟਨ ਅਮਰਿੰਦਰ ਤੇ ਉਹਦੀ ਸਰਕਾਰ ਹੈ। ਪੰਜਾਬ ਵਾਲਿਆਂ ਨੇ ਤਾਂ ਅਕਾਲੀ ਦਲ ਨੂੰ ਰਿਜੈਕਟ ਕਰਤਾ ਸੀ, ਕੈਪਟਨ ਅਮਰਿੰਦਰ ਨੂੰ ਮੌਕਾ ਦਿੱਤਾ, ਫਤਵਾ ਕੈਪਟਨ ਅਮਰਿੰਦਰ ਦੇ ਹੱਕ 'ਚ ਦਿੱਤਾ, ਤਾਂ ਜੇ ਹੁਣ ਅਕਾਲੀਆਂ ਦੀ ਸੁਣਵਾਈ ਹੋ ਰਹੀ ਹੈ ਕੌਣ ਹੈ ਜ਼ਿੰਮੇਵਾਰ? ਸੁਣ ਲਓ, ਦੋ ਗੱਲਾਂ ਮੈਂ ਹੁਣੇ ਕਹਿ ਕੇ ਹਟਿਆ ਬਈ 10 ਸਾਲਾਂ ਦੇ ਰਾਜ ਦੇ ਵਿੱਚ ਇਹਨਾਂ ਨੇ ਲੋਅਰ ਲੈਵਲ ਇੰਪਲੀਮੈਂਟੇਸ਼ਨ ਦਾ ਜਿਹੜਾ ਆਰਮ ਹੁੰਦਾ ਹੈਗਾ ਸਰਕਾਰ ਦਾ ਉਹ ਰੱਜ ਕੇ ਕਰਪਟ ਕੀਤਾ, ਉਹ ਰੱਜ ਕੇ ਖਰੀਦੇ ਆ, ਉਹ ਅੱਜ ਵੀ ਵਫਾਦਾਰ ਨੇ। ਅਸੀਂ ਸਾਰਾ ਜ਼ੋਰ ਲਾ ਲਿਆ
ਲੇਕਿਨ ਕੁਝ ਜਗ੍ਹਾ ਦੇ ਉੱਤੇ ਕੁਝ ਖੱਤਿਆਂ ਦੇ ਵਿੱਚ ਇਹਨਾਂ ਦੇ ਵਫਾਦਾਰ ਜਿਹੜੇ ਅੱਜ ਵੀ ਇਹਨਾਂ ਨਾਲ ਅਕਾਲੀਆਂ ਨਾਲ ਖੜੇ ਆ, ਕਿਉਂਕਿ ਅਮੀਰ ਹੋ ਗਏ ਵਿਚਾਰੇ ਇਹਨਾਂ ਦੇ ਰਾਜ ਦੇ ਵਿੱਚ, ਔਰ ਉਹ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ। ਜਿੱਥੋਂ ਤੱਕ ਤਲਕ ਹੈ, ਕਲੇਰ ਸਾਹਿਬ ਨੇ ਕਿਹਾ ਬੜੇ ਜੋਸ਼ ਦੇ ਵਿੱਚ ਕਿ ਸਾਡੇ ਕੋਲ ਤਾਂ 2 ਹੀ ਮਹੀਨੇ ਸੀਗੇ, ਅਸੀਂ CBI ਨੂੰ, ਇਹਨਾਂ ਨੇ ਕਿਹਾ ਸੀ CBI ਨੂੰ ਦੇਤੀ। ਅਮਰਿੰਦਰ ਨੇ CBI ਤੋਂ ਦਿੱਤੀ, ਵਾਪਸ ਲਈ ਰਿਪੋਰਟ। ਤੁਸੀਂ ਲੈ ਲੈਂਦੇ, ਤੁਸੀਂ ਨਾ ਦਿੰਦੇ। ਜੇ ਤੁਹਾਨੂੰ ਇੰਨਾ ਸ਼ੋਰ ਸੀ ਤੁਸੀਂ ਕਿਉਂ ਦਿੱਤੀ? ਦੂਜੀ ਗੱਲ, ਇਹ ਜਿਹੜੀ ਚੱਲ ਰਹੀ ਹੈ ਨਾ, ਉੱਤਰ ਕਾਟੋ ਮੈਚਣਾ, ਮੇਰੀ ਪਿੱਠ ਤੂੰ ਖੁਰਕ ਮੈਂ ਤੇਰੀ ਪਿੱਠ ਖੁਰਕਦਾ, ਇਸੇ ਤੋਂ ਦੁਖੀ ਹੋ ਕੇ ਅੱਜ ਜਿਹੜੇ ਹੈ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਉਹ ਸਵਾਲ ਉਠਾ ਰਹੇ ਆ। ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿ ਦਿਆਂ, ਆ ਜਿਹੜੀਆਂ ਪਿੱਛੇ ਜੇ ਮੀਟਿੰਗਾਂ ਹੋਈਆਂ ਅੱਡੋ ਅੱਡ ਬੰਦਿਆਂ ਦੀਆਂ, ਅੱਡੋ ਅੱਡ ਮੰਤਰੀਆਂ ਦੀਆਂ, ਨਵਜੋਤ ਸਿੰਘ ਸਿੱਧੂ ਨਾਲ ਜਾਂ ਕਿਸੇ ਨਾਲ ਵੀ ਹੋਈਆਂ, ਟੌਮ ਡਿਕ ਔਰ ਹੈਰੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ। ਮੈਂ ਇੰਨਾ ਕਹਿਣਾ ਚਾਹੁੰਦਾ ਆਪਦੇ ਪਾਰਟੀ ਦੇ ਉਹਨਾਂ ਬੰਦਿਆਂ ਨੂੰ ਕਿ ਜਿਹੜੇ ਬੰਦੇ ਅੱਜ ਬਰਸਾਤੀ ਡੱਡੂ ਬਣ ਕੇ ਇੱਧਰ ਛਾਲ ਮਾਰ ਕੇ ਹੁਣ ਬਿਆਨਬਾਜ਼ੀ ਸ਼ੁਰੂ ਕਰਤੀ ਹੈ। 4 ਸਾਲ ਮੰਤਰੀ ਰਹੇ ਨੇ, 4 ਸਾਲ ਮੰਤਰੀ ਦੇ ਵਿੱਚ ਅਸਤੀਫਾ ਕਿਉਂ ਨਹੀਂ ਦਿੱਤਾ ਬਾਈਬਲ ਕਲਾ ਤੇ? ਕਿਉਂ ਇਹ ਲੱਗੇ ਰਹੇ? ਇਹਨਾਂ ਨੂੰ ਪੁੱਛੋ ਜਿਹੜੇ ਮੰਤਰੀ ਅੱਜ ਨਵਜੋਤ ਸਿੰਘ ਸਿੱਧੂ ਕੋਲ ਜਾ ਕੇ ਬੈਠ ਕੇ ਸਲਾਹਾਂ ਕਰਦੇ ਆ। ਦੂਜੀ ਗੱਲ, ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦਾ ਤਲਕ ਹੈ, ਉਹਨੇ ਨੈਤਿਕਤਾ ਦੇ ਆਧਾਰ ਤੇ ਹਮੇਸ਼ਾ ਆਪਦੇ ਨਾਲੋਂ ਜਾਂ ਆਪਦੇ ਪਰਸਨਲ ਗੇਨ ਨਾਲੋਂ ਉੱਪਰ ਉੱਠ ਕੇ ਆ। ਅੱਜ ਨੀਲ ਗਰਗ ਦੇ ਹੋਰਾਂ ਦੀ ਪਾਰਟੀ ਨੂੰ ਅੰਗੂਰ ਖੱਟੇ ਲੱਗਦੇ ਆ, ਕਿਉਂਕਿ ਉਹਨੇ ਪਰਸੋਂ ਚੌਥੇ ਬਿਆਨ ਦਿੱਤਾ ਵੀ ਮੇਰਾ ਕਾਂਗਰਸ ਤੋਂ ਛੱਡ ਕੇ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਤਾਂ ਅੱਜ ਨੀਲ ਗਰਗ ਇਹ ਝੋਲਾ ਚੱਕ ਕੇ ਮਗਰ ਫਿਰਦੇ ਆ, ਸਿੱਧੂ ਸਾਹਿਬ ਆਜੋ ਆਜੋ ਆਜੋ। ਅੱਜ ਅੰਗੂਰ ਹੋ ਗਏ ਖੱਟੇ। ਅੱਜ ਇਹਨਾਂ ਨੂੰ ਨਜ਼ਰ ਆਉਂਦਾ ਉਹ ਕੁਝ ਨਹੀਂ ਕਰ ਰਿਹਾ, ਪਹਿਲਾਂ ਬਹੁਤ ਕੁਝ ਕਰ ਰਿਹਾ ਸੀ। ਚਲੋ ਤੁਹਾਡੀ ਗੱਲ ਆ ਗਈ। ਜਿਹੜੇ ਬੰਦੇ ਮੈਂ ਸੁਣ ਲਓ ਲਾਸਟ, ਜਿਹੜੇ ਬੰਦੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਆ, ਕਾਂਗਰਸ ਦੇ ਵਰਕਰ, ਉਹਦੇ MLA, ਉਹ ਉਹਨਾਂ ਬੰਦਿਆਂ ਨਾਲੋਂ ਚੰਗੇ ਆ ਜਿਹੜੇ ਅੱਜ ਬਿਪਤਾ ਦੀ ਘੜੀ ਦੇ ਵਿੱਚ ਛਾਲ ਮਾਰ ਕੇ ਤੇ ਦੂਜੇ ਪਾਸੇ ਖੜ ਕੇ ਲਾਈਨ ਦੇ ਉਂਗਲਾਂ ਕਰਦੇ ਆ। ਮੈਂ ਉਹਨਾਂ ਨੂੰ ਬਿਹਤਰ ਸਮਝਦਾ। ਲੇਕਿਨ ਗੱਲ ਉੱਥੇ ਆ ਗਈ ਬੇਅਦਬੀ ਦੇ ਮੁੱਦੇ ਤੇ, ਬਰਗਾੜੀ ਦੇ ਮੁੱਦੇ ਤੇ ਫੈਸਲਾ ਕਦੋਂ ਆਊਗਾ? ਮੁਜਰਮ ਕੋਈ ਵੀ ਹੋਵੇ ਉਹਦੇ ਨੂੰ ਸਜ਼ਾ ਕਦੋਂ ਮਿਲੂਗੀ? ਨਵਜੋਤ ਸਿੰਘ ਸਿੱਧੂ ਦਾ ਵੀ ਇਹੀ ਸਵਾਲ ਹੈ, ਹਰ ਪੰਜਾਬੀ ਦਾ ਇਹ ਸਵਾਲ ਹੈ, ਮੇਰਾ ਵੀ ਇਹ ਸਵਾਲ ਹੈ, ਆਪੋਜੀਸ਼ਨ ਦਾ ਵੀ ਹੈ, ਔਰ ਖੁਦ। ਓਕੇ ਸਰ, ਥੈਂਕ ਯੂ ਸਰ, ਤੁਸੀਂ ਬਹੁਤ ਖੁੱਲ ਕੇ ਗੱਲ ਕਰੀ। ਥੈਂਕ ਯੂ ਡਾਕਟਰ ਸੰਧੂ, ਬਿਲਕੁਲ ਤੁਸੀਂ ਆਪਣੇ ਖੁੱਲ ਕੇ ਗੱਲ ਕਰੀ। ਕਲੇਰ ਜੀ, ਜਿਸ ਮੁੱਦੇ ਤੇ ਤੁਸੀਂ ਆਪਣੇ ਤੌਰ ਤੇ ਕਮੈਂਟਸ ਕਰਨਾ ਚਾਹੁੰਦੇ ਆ ਉਹ ਜ਼ਰੂਰ ਕਰਿਓ। ਪਰ ਡਾਕਟਰ ਸੰਧੂ ਨੇ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ 10 ਸਾਲ 'ਚ ਆਪਣੇ ਵਫਾਦਾਰ ਪਾਲ ਲਏ, ਇਦਾਂ ਦੇ ਅਮੀਰ ਹੋ ਗਏ, ਇਦਾਂ ਦੇ ਫਾਇਦੇ ਹੋ ਗਏ ਕਿ ਕਾਂਗਰਸ ਦੀ ਸਰਕਾਰ ਜ਼ਰੂਰ ਆ ਗਈ ਪਰ ਅਕਾਲੀ ਦਲ ਬ੍ਰੇਕਾਂ ਲਾਈ ਬੈਠਾ। ਫਿਰ ਵੀ ਕਲੇਰ ਜੀ ਕਿਉਂ ਕਰ ਰਿਹਾ ਅਕਾਲੀ ਦਲ ਇਹੋ ਜੀ ਗੱਲ? ਜਗਤਾਰ ਜੀ, ਇਹ ਨਾ ਇੱਕ ਐਡੀ ਬੇਤੁਕਾ ਬਿਆਨ ਹੈ ਔਰ ਐਡੇ ਵੱਡੇ ਸੀਨੀਅਰ ਬੰਦੇ ਤੋਂ ਨਹੀਂ ਆਪਾਂ ਐਕਸਪੈਕਟ ਕਰਦੇ। ਮੈਂ ਤਾਂ ਇਹ ਗੱਲ ਕਹੂੰਗਾ ਕਿ ਫਿਰ ਕੀ ਕਰਦੇ ਨੇ ਕਾਂਗਰਸ ਦੇ ਵਿੱਚ? ਅਗਰ ਇਹਨਾਂ ਦੀ ਪਾਰਟੀ ਦੇ ਵਿੱਚ ਅਫਸਰਸ਼ਾਹੀ ਦੇ ਵਿੱਚ ਇਹਨਾਂ ਦੀ ਨਹੀਂ ਸੁਣੀ ਜਾਂਦੀ, ਛੱਡ ਕੇ ਪਰਾਂ ਚਲੇ ਜਾਣ। ਔਰ ਆਹੀ ਮੇਰਾ ਸਵਾਲ ਨਵਜੋਤ ਸਿੱਧੂ ਨੂੰ ਹੈ। ਗੱਲਾਂ ਕਰਨੀਆਂ ਵੱਡੀਆਂ ਵੱਡੀਆਂ। ਮੈਂ ਤਾਂ ਅੱਜ ਕਹੂੰਗਾ ਕਿ ਨਵਜੋਤ ਸਿੱਧੂ ਆਵੇ, ਜਿੰਨੇ MLA ਹੈਗੇ ਨੇ ਲਿਆਵੇ, MLA ਲੈ ਕੇ ਅਮਰਿੰਦਰ ਸਿੰਘ ਦੀ ਸਰਕਾਰ ਸਿੱਟ ਦੇ। ਫਿਰ ਜੇ ਦਮ ਹੈ, ਜੇ ਇੰਨੇ ਔਖੇ ਨੇ, ਜੇ ਐਡੇ ਸੱਚੇ ਨੇ, MLA ਨਾਲ ਨੇ, ਅਮਰਿੰਦਰ ਸਿੰਘ ਦੀ ਸਰਕਾਰ ਸਿੱਟ ਤੋਂ ਪਰਾਂ ਕਰੋ। ਔਰ ਸੰਧੂ ਸਾਹਿਬ ਨੂੰ ਮੇਰਾ ਫੇਰ ਸਵਾਲ ਹੈ, ਅਰੇ ਸੰਧੂ ਸਾਹਿਬ, ਅੱਜ 4.5 ਸਾਲ ਬਾਅਦ ਅਗਰ ਤੁਸੀਂ ਇਨਸਾਫ ਨਹੀਂ ਦੇ ਸਕੇ ਤਾਂ ਤੁਹਾਨੂੰ ਤਾਂ ਟੈਲੀਵਿਜ਼ਨ ਤੇ ਨਹੀਂ ਆਉਣਾ ਚਾਹੀਦਾ ਕਾਂਗਰਸ ਦੇ ਪੱਖੋਂ। ਕਦੇ ਤੁਸੀਂ ਸਿੱਧੂ ਦੇ ਪੱਖ ਦੀ ਗੱਲ ਕਰਦੇ ਹੋ, ਕਦੇ ਤੁਸੀਂ ਅਮਰਿੰਦਰ ਸਿੰਘ ਦੇ ਪੱਖ ਦੀ ਗੱਲ ਕਰਦੇ ਹੋ। ਪਹਿਲਾਂ ਤਾਂ ਤੁਸੀਂ ਕਲੀਅਰ ਹੋ ਕਿ ਤੁਸੀਂ ਕਿਹੜੀ ਬੇੜੀ ਚੋਂ ਉਧਰਲੀ ਬੇੜੀ 'ਚ ਪੈਰ ਰੱਖੋ। ਔਰ ਦੂਸਰੀ ਵੱਡੀ ਗੱਲ, ਹੁਣ ਤੁਹਾਡੀ ਗੱਲ ਹੋ ਗਈ, ਮੇਰੇ 'ਚ ਨਾ ਬੋਲਿਓ, ਬਾਅਦ 'ਚ ਸੰਧੂ ਸਾਹਿਬ ਇੱਕ ਮਿੰਟ ਵਿੱਚ ਨਾ ਬੋਲੋ, ਸੰਧੂ ਸਾਹਿਬ ਵਿੱਚ ਨਾ ਬੋਲੋ। ਅਗਰ ਅੱਜ ਤੁਸੀਂ ਲੋਕ ਇਨਸਾਫ ਦੇਣ ਦੇ ਵਿੱਚ ਨਾਕਾਮ ਹੋ, ਸੰਧੂ ਸਾਹਿਬ ਤੁਸੀਂ ਵੀ ਬਰਾਬਰ ਓਡੀ ਜ਼ਿੰਮੇਵਾਰ ਹੋ। ਉਰੇ ਬਹਿ ਕੇ ਕੱਲਾ ਭਾਸ਼ਣ ਦੇ ਕੇ ਨਹੀਂ ਸਰਨਾ, ਜ਼ਿੰਮੇਵਾਰੀ ਸੰਧੂ ਸਾਹਿਬ ਦੀ ਵੀ ਓਡੀ ਵੱਡੀ ਹੋਇਆ। ਲੋਕਾਂ ਨਾਲ ਵਾਅਦਾ ਤੁਹਾਡੀ ਪਾਰਟੀ ਨੇ ਕੀਤਾ। ਔਰ ਜਿੱਥੇ ਤੱਕ ਗੱਲ ਆ ਗਈ, ਹੁਣ ਆਪਾਂ ਮੌਕਾ ਦੇਈਏ। ਗਰਗ ਸਾਹਿਬ ਮੇਰੇ ਭਰਾ ਨੇ, ਗਰਗ ਸਾਹਿਬ ਨੇ ਪਤਾ ਕੀ ਗੱਲ ਹੈ ਜੀ, ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਲੈਵਲ ਨਾਲ ਚਲਾਈ ਪਤਾ ਨਹੀਂ, ਇਹ ਅਕਸਰ ਹੀ ਹੁੰਦਾ ਹੈ। ਜੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੋਵੇ ਤਾਂ ਨਾਲ ਦੇ ਜ਼ਿਲ੍ਹਿਆਂ ਦੀ ਪੁਲਿਸ ਚਲੀ ਜਾਂਦੀ ਹੈ। ਲਾਅ ਐਂਡ ਆਰਡਰ ਦਾ ਪਾਰਟ ਹੈ ਔਰ ਹਾਈ ਕੋਰਟ ਦੀ ਜੱਜਮੈਂਟ ਦੇ ਵਿੱਚ। ਔਰ ਦੂਸਰੀ ਵੱਡੀ ਗੱਲ ਜਗਤਾਰ ਜੀ, ਦੇਖੋ ਜਗਤਾਰ ਜੀ ਇੱਕ ਮਿੰਟ, ਗੱਲ ਇਹ ਹੈ, ਇਹ ਜਿਹੜੇ ਦੋ ਬੰਦੇ ਨੇ ਇਹਨਾਂ ਨੇ ਨਾ ਆਪਣਾ ਇੱਕ ਕਨਕਲੂਜਨ ਬਣਾ ਲਿਆ ਔਰ ਇਹਨਾਂ ਦੀ ਪਾਰਟੀਆਂ ਨੇ ਵੀ ਬਣਾ ਲਿਆ ਕਿ ਬਾਦਲਾਂ ਦਾ ਨਾਂ ਲਓ। ਮੈਂ ਜਿੱਦਾਂ ਕਿਹਾ, ਬੇਅਦਬੀ ਦੀ ਜਾਂਚ ਹੈ, ਝੂਠਾ ਬੰਦਾ ਫਸਾਇਆ ਨਹੀਂ ਜਾਣਾ, ਸੱਚਾ ਬਚਾਇਆ ਨਹੀਂ ਜਾਣਾ। ਇਹ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਹੈ। ਜੇ ਕੋਈ ਕਿਸੇ ਨੂੰ ਝੂਠਾ ਫਸਾਊਗਾ ਤਾਂ ਮੁੱਦੇ ਮੂੰਹ ਡਿੱਗੂਗਾ, ਤਾਂ ਹੀ ਜਾਂਚ ਡਿੱਗੀ ਹੈ। ਮੇਰੀ ਬੇਨਤੀ ਹੈ ਕਿ ਝੂਠ ਤੇ ਸਿਆਸਤ ਬੰਦ ਕਰਨ। ਜੇ ਕੋਈ ਸੱਚਾ ਸਬੂਤ ਹੈ, ਚਾਹੇ ਸੰਧੂ ਸਾਹਿਬ ਕੋਲ ਹੈ, ਚਾਹੇ ਗਰਗ ਸਾਹਿਬ ਕੋਲ ਹੈ, ਸਾਡੇ ਕੋਲ ਬਾਅਦ ਦੇ ਵਿੱਚ ਮਾਫੀ ਵੀ ਫਿਰ ਕੇਜਰੀਵਾਲ ਸਾਹਿਬ ਮੰਗਣੀ ਪੈਣੀ ਹੈ।
ਉਹਦਾ ਕੋਈ ਫਾਇਦਾ ਕਲੇਸ਼ ਨਹੀਂ। ਜੀ ਚਲੋ ਹੁਣ ਆਪਾਂ ਲੰਬੀ ਗੱਲ ਹੋ ਜਾਏਗੀ, ਕਲੇਸ਼ ਜੀ ਲੰਬੀ ਗੱਲ ਹੋ ਜਾਏਗੀ ਪਲੀਜ਼। ਡਾਕਟਰ ਸੰਧੂ ਜੋ ਗੱਲਾਂ ਕਲੇਸ਼ ਜੀ ਨੇ ਕੀਆਂ ਉਹਦੇ ਤੇ ਕਮੈਂਟਸ ਕਰੋ, ਫਿਰ ਆਪਾਂ ਉਸ ਤੋਂ ਬਾਅਦ ਦੇ ਵਿੱਚ ਨੀਲ ਗਰਗ ਤੋਂ ਕਮੈਂਟਸ ਜ਼ਰੂਰ ਲੈਣੇ ਆ। ਡਾਕਟਰ ਸੰਧੂ ਇਹ ਕਹਿੰਦੇ ਆ ਜੀ ਵੀ ਬੜੇ ਵੱਡੇ ਕੱਦ ਦਾ ਲੀਡਰ ਹੈ ਡਾਕਟਰ ਸੰਧੂ। ਪਹਿਲੀ ਗੱਲ ਤਾਂ ਮੈਂ ਵੱਡੇ ਕੱਦ ਦਾ ਲੀਡਰ ਨਹੀਂ, ਮੈਂ ਤਾਂ ਇੱਕ ਵਰਕਰ ਹਾਂ। ਨੰਬਰ 2, ਮੈਂ ਤੁਹਾਡੇ ਵਾਂਗੂ ਤੇ ਤੁਹਾਡੇ ਹਰ ਨੁਮਾਇੰਦੇ ਵਾਂਗੂ ਕਦੇ ਵੀ ਕਿਸੇ ਵੀ ਬੰਦੇ ਦੀ, ਚਾਹੇ ਉਹ ਮੇਰੀ ਪਾਰਟੀ ਦਾ ਹੈੱਡ ਹੋਵੇ, ਚਾਹੇ ਤੁਹਾਡੇ ਸਰਦਾਰ ਬਹਾਦਰ ਸਰਦਾਰ ਸੁਖਬੀਰ ਸਿੰਘ, ਮੈਂ ਝੋਲੀ ਕਿਸੇ ਦੀ ਚੱਕੀ ਨਹੀਂ ਤੇ ਨਾ ਅੱਗੇ ਪਿੱਛੇ ਸਿਰਫ ਮਾੜਾ ਮੋਟਾ ਆਪਦਾ ਨਾਮ ਬਣਾਉਣ ਵਾਸਤੇ ਗਿਆ। ਜਿਵੇਂ ਤੁਸੀਂ ਸੰਧੂ ਸਾਹਿਬ, ਇਹ ਗੁਰੂ ਗ੍ਰੰਥ ਸਾਹਿਬ ਦੀ ਜਾਂਚ ਹੈ। ਗੁਰੂ ਗ੍ਰੰਥ ਸਾਹਿਬ ਨਹੀਂ, ਗ੍ਰੰਥ ਸਾਹਿਬ ਦੀ ਜਾਂਚ ਹੈ। ਇਹਦੇ ਤੇ ਚੁੱਪ ਬੈਠਣ ਵਾਲਾ ਵੀ ਉੱਡਾ ਹੀ ਦੋਸ਼ੀ ਹੈ। ਅਗਰ ਅੱਜ ਸੰਧੂ ਸਾਹਿਬ ਕੁਝ ਨਹੀਂ ਕਰ ਪਾ ਰਹੇ, ਪਾਰਟੀ ਦੇ ਵਿੱਚ ਬਣੇ ਹੋਏ ਨੇ, ਤਾਂ ਸੰਧੂ ਸਾਹਿਬ ਵੀ ਉੱਡੇ ਵੱਡੇ ਦੋਸ਼ੀ ਨੇ। ਸੰਧੂ ਸਾਹਿਬ ਉੱਡੇ ਵੱਡੇ ਦੋਸ਼ੀ ਹੋ। ਇਹ ਉਹਨੇ ਬਹਿ ਕੇ ਸਿਆਸਤਾਂ ਨਾ ਕਰੋ। ਝੋਲੀ ਚੁੱਕ ਇਹ ਚੁੱਕ। ਅਗਰ ਸੰਧੂ ਸਾਹਿਬ ਇਨਸਾਫ ਨਹੀਂ ਦਵਾ ਸਕਦੇ ਤਾਂ ਸੰਧੂ ਸਾਹਿਬ ਵੱਡੇ ਵੱਡੇ ਦੋਸ਼ੀ ਨੇ। ਦੋਸ਼ੀ ਬਣੋ, ਮਾਫੀ ਮੰਗੋ ਤੇ ਕਾਂਗਰਸ ਖੜਾ ਹੋ ਜਾਵੇ। ਚੁੱਪ ਕਲੇਸ਼ ਦੀ ਗੱਲ ਕਹਿ ਲਈ ਤੁਸੀਂ ਆਪਾਂ। ਡਾਕਟਰ ਸੰਧੂ ਪਲੀਜ਼। ਡਾਕਟਰ ਸੰਧੂ ਜਿੱਥੋਂ ਤੱਕ ਤਲਕ ਹੈਗਾ ਕਿ ਇਹਦੇ 'ਚ ਕਸੂਰਵਾਰ ਮੈਂ ਹਾਂ, ਬਿਲਕੁਲ ਹੈ। ਤੁਹਾਡੇ ਵਾਂਗੂ ਉਹਨਾਂ ਵਾਲਾ ਭੱਜਦਾ ਨਹੀਂ, ਬੁਜ਼ਦਿਲ ਨਹੀਂ। ਮੈਂ ਉਹ ਕਹਿ ਦਿੰਦੇ ਨਾ ਵੀ ਚੱਡਿਆਂ 'ਚ ਪੁੱਛਦੇ ਕਿ ਭੱਜਦਾ ਨਹੀਂ ਹੈਗਾ। ਮੈਂ ਆਪਦੇ ਗੁਰੂ ਘਰ ਦਾ ਕਿਉਂਕਿ ਤੁਹਾਡੇ ਵਰਗਿਆਂ ਨੂੰ ਤੁਹਾਡੇ ਉਦੋਂ ਅਸੀਂ ਨਾ ਬੋਲੇ ਕਿ ਸ਼ਾਇਦ ਬਾਦਲ ਸਾਹਿਬ ਇੰਨੇ ਪੁਰਾਣੇ ਸਿੱਖ ਹੈਗੇ ਆ ਤੇ ਉਹ ਕੁਛ ਉਹਨਾਂ ਨੂੰ ਸ਼ਰਮ ਥੋੜੀ ਬਹੁਤ ਆਊਗੀ। ਨਹੀਂ ਆਈ, ਅੱਜ ਵੀ ਨਹੀਂ ਆ ਰਹੀ ਤੁਹਾਨੂੰ। ਵੱਡੇ ਮੁੱਦੇ ਤੇ ਗੱਲ ਕਰਨ, ਇਹ ਵੱਡੇ ਬੰਦੇ ਨੇ। ਬੇਨਤੀ ਹੈ, ਇਹ ਤਹਿਦੀਦ ਦੀ ਗੱਲ ਨਹੀਂ ਕਰਦੇ, ਫਿਰ ਸਾਨੂੰ ਬੋਲਣਾ ਪੈਂਦਾ ਇਹਨਾਂ ਨੂੰ। ਕਲੇਸ਼ ਸਾਹਿਬ ਪਲੀਜ਼, ਚੁੱਪ ਕਰਾਓ। ਕਲੇਸ਼ ਸਾਹਿਬ ਪਲੀਜ਼, ਮੈਂ ਦੋਨਾਂ ਨੂੰ ਬੇਨਤੀ ਹੈ, ਡਾਕਟਰ ਸੰਧੂ ਤੇ ਕਲੇਸ਼ ਸਾਹਿਬ, ਆਪਾਂ ਮੁੱਦੇ ਤੇ ਗੱਲ ਕਰੀਏ। ਜੇ ਤਹਿਦੀਦ ਚ ਨਹੀਂ ਬੋਲੋਗੇ ਤਾਂ ਮੈਂ ਇੱਥੇ ਹੀ ਬੋਲੂਗਾ। ਆਪਦੀ ਇੱਜ਼ਤ ਆਪਦੇ ਹੱਥ 'ਚ। ਸੰਧੂ ਸਾਹਿਬ, ਤਹਿਦੀਬ ਚ ਰਹਿ ਕੇ ਗੱਲ ਕਰਿਆ ਕਰੋ। ਸੰਧੂ ਕਲੇਸ਼ ਸਾਹਿਬ ਨੂੰ ਚੁੱਪ ਕਰਾਤਾ। ਡਾਕਟਰ ਸੰਧੂ ਪਲੀਜ਼ ਮੁੱਦੇ ਤੇ ਗੱਲ ਕਰੋ। ਮੈਂ ਕਲੇਸ਼ ਸਾਹਿਬ ਨੂੰ ਚੁੱਪ ਕਰਾਤਾ। ਕਲੇਸ਼ ਸਾਹਿਬ ਕੋਈ ਗੱਲ ਨਹੀਂ ਕਹਿਣਗੇ। ਕਲੇਸ਼ ਸਾਹਿਬ ਮੇਰੀ ਬੇਨਤੀ ਹੈ, ਕਲੇਸ਼ ਜੀ ਕੋਈ ਪਰਸਨਲ ਕਮੈਂਟ ਨਹੀਂ ਕਰਨਾ, ਸਮਾਂ ਵੀ ਨਹੀਂ ਹੈ। ਡਾਕਟਰ ਸੰਧੂ ਪਲੀਜ਼ ਮੁੱਦੇ ਤੇ ਗੱਲ ਕਰੋ। ਮੈਂ ਕਹਿ ਤੁਹਾਨੂੰ ਨਹੀਂ ਕਹਿਣਗੇ, ਮੇਰੀ ਮੰਨਣਗੇ। ਤਾਂ ਹੀ ਇਹੀ ਵਜ੍ਹਾ ਹੈ, ਇਹੀ ਵਜ੍ਹਾ ਤਾਂ ਹੀ ਤੁਹਾਡੀ ਗੱਲ ਸੁਣਦਾ ਨਹੀਂ, ਤਾਂ ਹੀ ਤੁਹਾਡੀ ਪਾਰਟੀ ਨਹੀਂ ਸੁਣਦਾ, ਤਾਂ ਹੀ ਤੁਹਾਡੀ ਨਹੀਂ ਸੁਣਦਾ। ਬਿਕੌਜ਼ ਤੁਹਾਡੀ ਜ਼ਬਾਨ ਮਾੜੀ ਹੈ, ਤੁਹਾਡੀ ਜ਼ਬਾਨ ਮਾੜੀ ਹੈ ਸਰਦਾਰ ਸਾਹਿਬ, ਜ਼ਬਾਨ ਮਾੜੀ ਹੈ। ਆਪਾਂ ਇਸ ਕੰਮ ਲਈ ਬੈਠੇ ਨਹੀਂਗੇ, ਆਪਾਂ ਇਸ ਕੰਮ ਲਈ ਨਹੀਂ ਬੈਠੇ। ਡਾਕਟਰ ਸੰਧੂ ਮੇਰੀ ਪਲੀਜ਼ ਰਿਕੁਐਸਟ ਹੈ ਤੁਹਾਨੂੰ ਕਿ ਮੁੱਦੇ ਤੇ ਗੱਲ ਕਰੋ। ਬਹੁਤ ਗੱਲ ਹੋ ਗਈ। ਮੈਨੂੰ ਇਹ ਦੱਸ ਦਿਓ ਜੀ ਮੈਂ ਕਿਹੜੇ ਮੁੱਦੇ ਤੇ ਗੱਲ ਨਹੀਂ ਕੀਤੀ। ਮੈਨੂੰ ਕੋਈ ਬੋਲਣ ਦੇਊਗਾ? ਇਹ ਨੌਨ ਸਟਾਪ ਬੋਲੀ ਜਾਂਦਾ। ਆਪਾਂ ਨਿੱਜੀ ਗੱਲ ਨਾ ਕਰੋ। ਆਪਾਂ ਆਖਰੀ ਮੈਂ ਕੀਤੀ ਹੈ ਨਿੱਜੀ ਗੱਲ ਸਿੱਧੂ ਸਾਹਿਬ, ਮੈਂ ਨਿੱਜੀ ਗੱਲ ਕੀਤੀ ਹੈ। ਬਿਲਕੁਲ ਮੈਂ ਰੋਕਤਾ ਇੱਕ ਇਲਜ਼ਾਮ ਲਗਾ ਸਕਦੇ ਪ੍ਰਕਾਸ਼ ਸਿੰਘ ਬਾਦਲ ਤੇ ਇਲਜ਼ਾਮ ਨਹੀਂ ਲਗਾ ਸਕਦਾ। ਰੋਕਤਾ ਕਿਉਂ ਨਹੀਂ ਲਗਾ ਸਕਦਾ? ਆਪਣੀ ਗੱਲ ਕਹੋ। ਬਿਲਕੁਲ ਮੈਨੂੰ ਤਾਂ ਕੋਈ ਮਿਰਚ ਨਹੀਂ ਲੱਗਦੀ। ਡਾਕਟਰ ਸੰਧੂ ਕਰੋ ਗੱਲ। ਹੁਣ ਮਿਰਚਾਂ ਬਹੁਤ ਲੜਾਤੀਆਂ। ਦੋਗਲੀ ਪਾਰਟੀ, ਇਹ ਦੋਗਲੀ ਪਾਰਟੀ ਜਿਨ੍ਹਾਂ ਨੇ ਸਿੱਖੀ ਦਾ ਰੱਜ ਕੇ ਘਾਣ ਕੀਤਾ, ਇਸ ਬਾਦਲ ਨੇ ਕੀਤਾ, ਇਸ ਬਾਦਲ ਪਰਿਵਾਰ ਦੇ ਜਿਹੜੇ ਕਾਂਗਰਸ ਬਰੀ ਹੈ। 84 ਕਿਨੇ ਕਰੀ, 84 ਕਿਨੇ ਕਰੀ ਸਰਦਾਰ ਸਾਹਿਬ? ਫਿਰ ਬੋਲੀ ਸਰਦਾਰ ਸਾਹਿਬ ਦਰਬਾਰ ਸਾਹਿਬ ਤੇ ਹਮਲਾ ਕਿਨੇ ਕਰਿਆ? ਦਿੱਲੀ ਦਾ ਕਤਲੇਆਮ ਕਿਨੇ ਕਰਿਆ? ਉਹ ਸਰਦਾਰ ਸਾਹਿਬ, ਉਹ ਬਰੀ ਹੈ, ਕਾਂਗਰਸ ਬਰੀ ਹੈ ਸਰਦਾਰ ਸਾਹਿਬ। ਪਲੀਜ਼ ਜਿਹੜਾ ਡਾਕਟਰ ਸੰਧੂ ਤੇ ਕਲੀਅਰ ਦੋਨਾਂ ਨੂੰ ਮੇਰੀ ਬੇਨਤੀ ਹੈ, ਮੈਂ ਹੁਣ ਮੌਕਾ ਦੇਣਾ ਚਾਹੁੰਦਾ ਨੀਲ ਗਰਗ ਜੀ ਨੂੰ। ਗਰਗ ਸਾਹਿਬ ਆਖਰੀ ਕਮੈਂਟ। ਮੈਂ ਸੰਧੂ ਸਾਹਿਬ ਤੁਸੀਂ ਪਾਰਟੀ ਪੱਧਰ ਤੇ ਕੋਈ ਗੱਲ ਕਰੋ। ਆਪਾਂ ਹੁਣ ਤਕਰੀਬਨ ਜਿਹੜਾ ਹੈਗਾ ਸਮਾਂ ਵੀ ਨਹੀਂ ਹੈ। I am going to leave your debate. ਜੀ ਓਕੇ ਗਰਗ ਸਾਹਿਬ। Why can't I speak? Why can't you keep him quiet? ਸਿੱਧੂ ਸਾਹਿਬ, ਇਹਨੂੰ ਚੁੱਪ ਕਿਉਂ ਨਹੀਂ ਕਰੋਗੇ ਤੁਸੀਂ? ਸਾਹਿਬ ਜੋ ਅਸੀਂ ਮੈਂ ਨਹੀਂ ਬੋਲਣ ਦੇਣਾ ਬੇਟਾ। ਦੇਖ ਰਹੇ ਹਾਂ ਗਰਗ, ਮੈਂ ਮਾਫੀ ਚਾਹੁੰਦਾ, ਮੈਂ ਬਿਲਕੁਲ ਨਹੀਂ ਬੋਲਣ ਦੇਵਾਂਗਾ ਜਿੰਨਾ ਚਿਰ ਮੇਰੀ ਵਾਰੀ ਨਹੀਂ ਆਉਂਦੀ। ਚਲੋ ਡਾਕਟਰ ਸੰਧੂ ਨੂੰ ਬੋਲਣ ਦਿਓ। ਕਰਕੇ ਸਾਰੀ ਡਿਬੇਟ ਆਪ ਕਰ। ਡਾਕਟਰ ਸੰਧੂ ਪਲੀਜ਼, ਡਾਕਟਰ ਸੰਧੂ ਆਪਣੀ ਗੱਲ ਕਹਿ ਲਓ, ਪਰ ਆਪਣੀ ਗੱਲ ਕਹੋ ਪਾਰਟੀ ਦੇ ਪੱਧਰ ਤੇ ਗੱਲ ਕਰੋ ਪਲੀਜ਼। ਸਪੀਕ। ਗੱਲ ਸਿੰਪਲ ਹੈ, ਜਦੋਂ ਕੋਈ ਬੰਦਾ ਕਿਸੇ ਆਪੋਜੀਸ਼ਨ, ਸਿੱਧੂ ਸਾਹਿਬ ਸੁਣ ਲਓ ਹੁਣ, ਕੋਈ ਵੀ ਨੁਮਾਇੰਦਾ ਇੱਥੇ ਬੈਠ ਕੇ ਜਦੋਂ ਆਪੋਜੀਸ਼ਨ ਦੇ ਵਿੱਚ ਬੈਠਾ ਸਰਕਾਰ ਤੇ ਇਲਜ਼ਾਮ ਲਾਉਂਦਾ, ਬਾਈ ਨੇਮ ਲਾਉਂਦਾ ਹੈ, ਕਦੇ ਸਿੱਧੂ ਤੇ ਕਦੇ ਅਮਰਿੰਦਰ ਤੇ, ਉਹਨੂੰ ਮੈਂ ਡਿਫੈਂਡ ਕਿਸੇ ਨੂੰ ਨਹੀਂ ਕੀਤਾ ਅਜੇ ਤੱਕ। ਮੈਂ ਕਿਹਾ ਵੀ ਖਾਮੀਆਂ ਤੇ ਦਮ ਹੈਗਾ ਕਹਿਣ ਦਾ ਵੀ ਸਾਡੇ ਜਿਹੜੇ ਆਕਾ ਜਿਨ੍ਹਾਂ ਤੁਸੀਂ ਰੋਟੀਆਂ ਲੈ ਉਹ ਮਤਲਬ ਗਲਤੀ ਹੋ ਸਕਦੀ ਹੈ, ਇਹਨਾਂ ਦੇ ਹਿਸਾਬ ਨਾਲ ਤਾਂ ਗਲਤੀ ਨਹੀਂ ਹੋ ਸਕਦੀ। ਨੀਲ ਗਰਗ ਤੁਸੀਂ, ਮੈਂ ਮੀਨਿੰਗਫੁਲ ਕਮੈਂਟ ਚਾਹਣਾ। ਤੁਸੀਂ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਨੁਮਾਇੰਦਗੀ ਕਰ ਰਹੇ ਹੋ ਪਾਰਟੀ ਦੇ ਤੌਰ ਤੇ, ਜਿਹੜੀ ਹੈਗੀ ਹੈ ਬੇਅਦਬੀ ਦਾ ਮੁੱਦਾ। ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਾਦਲਾਂ ਦੀ ਸਰਕਾਰ ਹੈ, ਕਿ ਆਖਰ ਜਿਹੜੇ 6 ਮਹੀਨੇ ਬਚੇ ਹੈ, ਹੁਣ ਚੋਣ ਜ਼ਾਬਤਾ ਲਾਗੂ ਹੋ ਜਾਣਾ, 6 ਮਹੀਨਿਆਂ ਬਾਅਦ ਕੋਈ ਨਿਆਂ ਦੀ ਇਨਸਾਫ ਦੀ ਆਸ ਰੱਖੀ ਜਾ ਸਕਦੀ ਹੈ। ਨੀਲ ਗਰਗ 2 ਲਾਈਨਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ,
ਇੱਧਰ ਉੱਧਰ ਦੀ ਆਪਾਂ ਗੱਲ ਨਾ ਕਰੀਏ। ਇਸ ਮੁੱਦੇ ਤੇ ਮੈਂ ਜਵਾਬ ਚਾਹਾਂਗਾ ਤੁਹਾਨੂੰ। ਸਿੱਧੂ ਸਾਹਿਬ ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਵੀ ਕਨਸੋਆਂ ਨੇ, ਆਮ ਲੋਕਾਂ ਦੇ ਵਿੱਚ ਵੀ ਇਹ ਚੀਜ਼ ਦੀ ਕਨਸੋ ਹੈਗੀ ਹੈ, ਕਾਂਗਰਸ ਦੇ ਖਿਲਾਫ ਐਂਟੀ ਇਨਕੰਬੈਂਸੀ ਬਹੁਤ ਜ਼ਿਆਦਾ ਹੈਗੀ ਹੈ ਔਰ ਉਹ ਐਂਟੀ ਇਨਕੰਬੈਂਸੀ ਪਾਰਟਿਕੂਲਰਲੀ ਕੈਪਟਨ ਸਾਹਿਬ ਦੇ ਖਿਲਾਫ ਹੈਗਾ। ਉਸੇ ਚੀਜ਼ ਨੂੰ ਕਾਂਗਰਸ ਇਨਕੈਸ਼ ਕਰਨ ਵਾਸਤੇ ਸਿੱਧੂ ਨੂੰ ਅੱਗੇ ਕਰ ਰਹੀ ਹੈ ਔਰ ਸਿਰਫ ਉਹਨਾਂ ਤੋਂ ਬੁਲਵਾ ਰਹੀ ਹੈਗੀ ਹੈ। ਔਰ ਇਹ ਵੀ ਸੁਣਨ ਚ ਆ ਰਿਹਾ ਬਹੁਤ ਸਾਰੇ ਐਮਐਲਏ ਜਿਹਨਾਂ ਦੀ ਪਹਿਲਾਂ ਲਾਇਲਟੀ ਜਿਹੜੀ ਕੈਪਟਨ ਸਾਹਿਬ ਵੱਲ ਹੁੰਦੀ ਸੀ ਉਹ ਅੱਜ ਕੱਲ ਸਿੱਧੂ ਸਾਹਿਬ ਵੱਲ ਹੈਗੀ ਹੈ। ਤੇ ਸਰਕਾਰ ਜਿਹੜੀ ਹੈ ਇਹਨਾਂ ਨਾਲ ਜਿਹੜੀ ਸਿੱਧੂ ਸਾਹਿਬ ਨੇ ਜਾਂ ਬਾਕੀ ਜੁੰਡਲੀ ਹੈਗੀ ਹੈ ਉਹਨਾਂ ਦਾ ਮੁੱਦਾ ਜਿਹੜਾ ਹੈਗਾ ਬਰਗਾੜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਹੈਗਾ। ਉਹਨਾਂ ਦਾ ਸਿਰਫ ਤੇ ਸਿਰਫ ਮੁੱਦਾ ਹੈਗਾ ਸੱਤਾ ਨੂੰ ਦੁਬਾਰਾ ਚਾਹੀਏ ਕਿੱਦਾਂ। ਔਰ ਹਾਂ ਮੈਂ ਤੁਹਾਡੇ ਚੈਨਲ ਤੇ ਕਹਿ ਸਕਦਾ ਹੈਗਾ ਇਹਨਾਂ ਤੋਂ ਸਜ਼ਾ ਨਹੀਂ ਦਿੱਤੀ ਜਾਣੀ। ਜੇਕਰ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਅਸੀਂ ਦੇਵਾਂਗੇ। ਓਕੇ, ਥੈਂਕ ਯੂ ਗਰਗ ਸਾਹਿਬ। ਹੁਣ ਤੁਹਾਡੀ ਗੱਲ ਆ ਗਈ। ਕਲੇਰ ਸਾਹਿਬ, ਆਖਰੀ ਕਮੈਂਟ ਇਸ ਮੁੱਦੇ ਤੇ 6 ਮਹੀਨੇ ਦਾ ਸਮਾਂ ਹੈ, ਉਦੋਂ ਬਾਅਦ ਵਿੱਚ ਚੋਣ ਜ਼ਾਬਤਾ ਵੀ ਲੱਗ ਜਾਣਾ ਹੈ। ਤੁਹਾਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ? ਜਗਤਾਰ ਜੀ ਦੇਖੋ, ਗੱਲ ਇਹ ਹੈਗੀ ਹੈ ਕਿ 4.5 ਸਾਲਾ ਜੋ ਹੋ ਗਏ ਔਰ ਅਗਰ ਕਾਂਗਰਸ ਦੀ ਸਰਕਾਰ ਇਸੇ ਤਰੀਕੇ ਦੇ ਨਾਲ ਇਸ ਮੁੱਦੇ ਨੂੰ ਸਿਆਸੀ ਮੁੱਦਾ ਬਣਾ ਕੇ ਸਿਰਫ ਵਿਰੋਧੀਆਂ ਦੇ ਖਿਲਾਫ ਇੱਕ ਤਿਉਹਾਰ ਦੇ ਤੌਰ ਤੇ ਵਰਤੂਗੀ ਤਾਂ ਇਹਦੇ 'ਚ ਕੁਝ ਨਹੀਂ ਹੋਣਾ। ਸੋ ਮੇਰੀ ਅੱਜ ਵੀ ਬੇਨਤੀ ਹੈ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਉਹਨਾਂ ਦੇ ਹਰ ਨੁਮਾਇੰਦੇ ਨੂੰ ਕਿ ਸੰਜੀਦਾ ਹੋ ਕੇ ਅਸਲ ਦੋਸ਼ੀਆਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਖੜਾ ਕਰਨ। ਨਹੀਂ, ਗੁਟਕਾ ਸਾਹਿਬ ਤੋਂ ਪਵਿੱਤਰ ਕੋਈ ਚੀਜ਼ ਨਹੀਂ। ਉਹਦੀ ਸਹੁੰ ਖਾ ਕੇ ਅਗਰ ਕੋਈ ਰਾਜਨੀਤੀ ਕਰ ਰਿਹਾ ਹੈ ਉਹਨੂੰ ਪੰਜਾਬ ਦੀ ਜਨਤਾ ਮਾਫ ਨਹੀਂ ਕਰੂਗੀ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਔਰ ਸਭ ਤੋਂ ਵੱਡਾ ਇਹ ਗੁਰੂ ਗ੍ਰੰਥ ਸਾਹਿਬ ਦੀ ਜਾਂਚ ਹੈ, ਇਹ 'ਚ ਬਹੁਤ ਸ਼ਕਤੀ ਹੈ। ਅਗਰ ਇਹਦਾ ਕੋਈ ਕਰੂਗਾ ਤਾਂ ਮੂੰਹ ਦੀ ਖਾਊਗਾ। ਉਹਨੂੰ ਪੰਜਾਬ ਦੇ ਲੋਕ ਭਜਾ ਕੇ ਦੱਸਣਗੇ ਕਿ ਇਹ ਝੂਠੀਆਂ ਸੌਹਾਂ ਦਾ ਕੀ ਹੈ। ਤੁਹਾਡੀ ਗੱਲ ਮਿਹਰਬਾਨੀ। ਡਾਕਟਰ ਸੰਧੂ, ਇਸ ਬਹਿਸ ਨੂੰ ਸਮੇਟਦੇ ਹਾਂ ਤੁਹਾਡੇ ਆਖਰੀ ਕਮੈਂਟਸ, ਕਿਉਂਕਿ ਤੁਸੀਂ ਸਰਕਾਰੀ ਧਿਰ ਦੀ ਨੁਮਾਇੰਦਗੀ ਵੀ ਕਰਦੇ ਹੋ। ਪੰਜਾਬ ਦੇ ਲੋਕ ਜਾਣਨਾ ਵੀ ਚਾਹਣਗੇ ਕਿ ਜਿਹੜਾ 6 ਮਹੀਨੇ ਦਾ ਸਮਾਂ ਬਚਿਆ ਹੈ ਕੀ ਲੱਗਦਾ, ਕਿਉਂਕਿ ਅੱਜ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਸਮਾਂ ਘਟਾ ਕੇ 3 ਮਹੀਨੇ ਵੀ ਕੀਤਾ ਜਾ ਸਕਦਾ ਹੈ, 4 ਮਹੀਨੇ ਵੀ ਕੀਤਾ ਜਾ ਸਕਦਾ ਹੈ ਜੇ ਸਜ਼ਾ ਦੇਣ ਦੀ ਗੱਲ ਆਉਂਦੀ ਹੈ। ਡਾਕਟਰ ਸੰਧੂ ਦੇਖੋ ਜੀ, ਮੈਂ ਤਾਂ ਸਪਸ਼ਟ ਤੌਰ ਤੇ ਕਹਿਣਾ ਕਿ ਇਹਦਾ ਸਮਾਂ 6 ਮਹੀਨੇ ਬਹੁਤ ਗਲਤ ਦਿੱਤਾ ਔਰ ਇਹ ਜਿਹੜਾ ਕਿਉਂਕਿ ਸਾਰੀ ਐਵੀਡੈਂਸ ਕੋਲੇ ਹੈਗੀ ਆ, ਸਾਰੀ ਇਨਕੁਆਇਰੀ ਹੋਈ ਵੀ ਹੈ, ਸਭ ਕੁਝ ਹੋਇਆ ਹੋਇਆ। ਇਹ 1 ਮਹੀਨਾ 1.5 ਮਹੀਨੇ ਤੋਂ ਬਾਅਦ ਦਾ ਸਮਾਂ ਨਹੀਂ ਦੇਣਾ ਚਾਹੀਦਾ ਇਹਨੂੰ। ਜੇ ਦਿੱਤਾ ਤਾਂ ਉਹ ਕਿਉਂ ਦਿੱਤਾ ਹੈ ਉਹ ਕੈਪਟਨ ਸਾਹਿਬ ਜਾਣਨ। ਇਹ ਗੱਲ ਕਹਿ ਦਿੰਦਾ ਕਿ ਵਾਰੀ ਕਹਿੰਦੇ ਨਾ, ਸੁਖਬੀਰ ਵੀ ਕਹਿੰਦਾ ਸੀਗਾ ਕਿ ਜਿਹਨੇ ਬਦਬਦ ਕੀਤਾ ਉਹਦਾ ਕੱਖ ਨਾ ਰਵੇ, ਤੇ ਇਹਨਾਂ ਨੂੰ ਪੁੱਛ ਲੈਣਾ ਦਾ ਕੱਖ ਰਿਹਾ। ਦੂਜੀ ਗੱਲ, ਜਿੱਥੋਂ ਤੱਕ ਫੈਸਲਾ ਆਉਣ ਦੀ ਗੱਲ ਹੈਗੀ ਹੈ, ਜੇ ਜੱਜ ਇਦਾਂ ਦੇ ਮਿਲਦੇ ਰਹੇ ਤਾਂ ਫਿਰ ਫੈਸਲਾ ਕੋਈ ਨਹੀਂ ਆਉਂਦਾ ਜਿੱਦਾਂ ਦੇ ਜੱਜ ਨੇ 4 ਸਾਲਾਂ ਦੀ ਮਿਹਨਤ। ਥੈਂਕ ਯੂ ਵੈਰੀ ਮਚ ਡਾਕਟਰ ਸੰਧੂ, ਕਲੇਰ ਜੀ, ਗਰਗ ਸਾਹਿਬ, ਇਸ ਮੁੱਦੇ ਤੇ ਆਉਣ ਲਈ ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਬਹਿਸ ਦੇ ਅੰਦਰ ਕਿਸੇ ਵੀ ਮੁੱਦੇ ਤੇ ਰਾਏ ਦਾ ਵਖਰੇਵਾਂ ਹੋਣਾ ਸੁਭਾਵਿਕ ਹੈ, ਪਰ ਇੱਕ ਗੱਲ ਬੜੀ ਸਪਸ਼ਟ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਰਕਾਰ ਵੱਲੋਂ ਲਿਆ ਗਿਆ ਉਹ ਹੁਣ ਕੇਵਲ ਪੰਜਾਬੀ ਆਵਾਜ਼ ਨਹੀਂ ਠਾ ਰਹੇ, ਸਗੋਂ ਕੈਬਨਿਟ ਦੇ ਅੰਦਰੋਂ ਤੇ ਕਾਂਗਰਸ ਪਾਰਟੀ ਦੇ ਅੰਦਰੋਂ ਵੀ ਉੱਠ ਰਹੀਆਂ ਆਵਾਜ਼ਾਂ। ਆਉਣ ਵਾਲੇ ਦਿਨ ਇਸ ਗੱਲ ਦੇ ਲਈ ਬੜੇ ਮਹੱਤਵਪੂਰਨ ਹੈ ਕਿ ਕੀ ਕੈਪਟਨ ਅਮਰਿੰਦਰ ਜਾਂ ਕਾਂਗਰਸ ਪਾਰਟੀ ਬੇਅਦਬੀ ਦੇ ਮੁੱਦੇ ਪੰਜਾਬੀਆਂ ਲਈ ਕੋਈ ਠੋਸ ਕਾਰਵਾਈ ਸਾਹਮਣੇ ਲਿਆ ਸਕੇਗੀ ਜਾਂ ਨਹੀਂ ਲਿਆ ਸਕੇਗੀ। ਇਸ ਲਈ ਅੰਤਮ ਜਿਹੜਾ ਇਸ ਮੁੱਦੇ ਤੇ ਨਿਖੇੜਾ ਜਾਂ ਫਤਵਾ ਪੰਜਾਬੀਆਂ ਨੇ ਦੇਣਾ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਫੇਰ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਨਾਲ ਹੀ ਤੁਹਾਡੇ ਕੋਲ ਵੀ ਲਵਾਂਗਾ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।